ਜੀ ਲੈਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ ਜੀ ਬਿਲਕੁਲ ਜੀ। ਸੋ ਨਿਤ ਨਵੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਰਹਿੰਦੀਆਂ ਨੇ ਲੈਲ ਸਾਹਿਬ। ਔਰ ਜ਼ਰੂਰੀ ਨਹੀਂ ਕਿ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਉਹ ਤੁਹਾਨੂੰ ਚੰਗੀਆਂ ਵੀ ਲੱਗਣ, ਬਹੁਤ ਸਾਰੇ ਲੋਕਾਂ ਨੂੰ ਚੰਗੀਆਂ ਲੱਗਦੀਆਂ ਨੇ, ਪਰ ਅਸੀਂ ਇਹ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਡੇ ਨਾਲ ਅਸੀਂ ਕਿਸੇ ਨਾ ਕਿਸੇ ਵਿਸ਼ੇ 'ਤੇ ਕਿਸੇ ਨਾ ਕਿਸੇ ਟੌਪਿਕ 'ਤੇ ਅਸੀਂ ਚਰਚਾ ਕਰਦੇ ਰਹੀਏ। ਸੋ ਇੱਕ ਵਾਰੀ ਫੇਰ ਤੁਹਾਡਾ ਪ੍ਰੋਗਰਾਮ ਖੁੰਡ ਚਰਚਾ ਦੇ ਵਿੱਚ ਸਵਾਗਤ ਹੈ। ਮੈਂ ਕੁਲਵੰਤ ਸਿੰਘ ਗਿੱਲ ਤੇ ਮੇਰੇ ਨਾਲ ਮੇਰੇ ਸੀਨੀਅਰ ਸਾਥੀ ਪੱਤਰਕਾਰ ਨਿਰੰਜਨ ਸਿੰਘ ਜੀ ਲਹਿਲ ਹਾਜ਼ਰ ਹੋ ਚੁੱਕੇ ਨੇ। ਸਾਡੇ ਦੋਹਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜਦੋਂ ਦਿਨ ਚੜ੍ਹਦਾ ਹੈ ਤਾਂ ਕੋਈ ਨਾ ਕੋਈ ਸਿਆਸੀ ਗਲਿਆਰਿਆਂ ਦੇ ਵਿੱਚ ਹਿਲਜੁਲ ਵੇਖਣ ਨੂੰ ਮਿਲਦੀ ਹੈ। ਕਾਰਨ ਕੀ ਹੈ? ਕਿਉਂਕਿ ਇਲੈਕਸ਼ਨ ਬਿਲਕੁਲ ਸਿਰ 'ਤੇ ਨੇ ਪੰਜਾਬ ਦੇ, ਔਰ ਚੋਣਾਂ ਜਿਹੜੀਆਂ ਹੈਗੀਆਂ ਨੇ ਪੈਣ ਵਾਲੀਆਂ ਨੇ, ਹੋਣ ਵਾਲੀਆਂ ਨੇ, ਔਰ ਚੋਣ ਜਾਬਤਾ ਵੀ ਲੱਗਣ ਵਾਲਾ। ਸਰਕਾਰ ਕੋਲੇ ਗਿਣੇ ਮਿਥਵੇਂ ਦਿਨ ਰਹਿ ਗਏ ਔਰ ਕਾਂਗਰਸ ਇਹਨਾਂ ਦਿਨਾਂ ਦੇ ਵਿੱਚ ਪੂਰੀ ਆਪਣੀ ਬਾਹ ਲਾ ਰਹੀ ਹੈ ਔਰ ਚੰਨੀ ਸਰਕਾਰ ਦਿਨ ਰਾਤ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਕੱਲ੍ਹ 72 ਦਿਨ ਦਾ ਰਿਪੋਰਟ ਕਾਰਡ ਵੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਪੇਸ਼ ਕੀਤਾ, ਜਿਹਦੇ ਵਿੱਚ ਉਹਨਾਂ ਨੇ ਕਈ ਏਜੰਡਿਆਂ 'ਤੇ ਕਿਹਾ ਕਿ ਅਸੀਂ ਕੰਮ ਕੀਤਾ ਔਰ ਬਾਕੀ ਏਜੰਡਿਆਂ 'ਤੇ ਅਸੀਂ ਕੰਮ ਕਰ ਰਹੇ ਹਾਂ ਔਰ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ। ਲੇਕਿਨ ਅੱਜ ਜਦੋਂ ਦਿਨ ਚੜ੍ਹਿਆ ਤਾਂ ਦਿਨ ਚੜ੍ਹਦੇ ਹੀ ਪੰਜਾਬ ਕਲਾ ਭਵਨ ਦੇ ਵਿੱਚ ਗਹਿਮਾ ਗਹਿਮੇ ਸ਼ੁਰੂ ਹੋ ਗਏ। ਸਾਰੀ ਹਿਲਜੁਲ ਸੀ। ਪਿਛਲੇ 2-3 ਦਿਨ ਤੋਂ ਕਿਆਸਗਾਰੀਆਂ ਲਗਾਈਆਂ ਜਾ ਰਹੀਆਂ ਸੀ ਕਿ ਨਾਮਵਰ ਇੰਟਰਨੈਸ਼ਨਲ ਪੰਜਾਬੀ ਗਾਇਕ ਜਿਹੜਾ ਕਿ ਮਾਨਸਾ ਜ਼ਿਲ੍ਹੇ ਤੋਂ, ਯਾਨੀ ਕਿ ਮੇਰੇ ਜ਼ਿਲ੍ਹੇ ਤੋਂ ਬਿਲੋਂਗ ਕਰਦਾ, ਸਿੱਧੂ ਮੂਸੇਵਾਲਾ, ਵੀ ਉਹ ਕਿਹੜੀ ਪਾਰਟੀ ਵਿੱਚ ਜਾਊਗਾ। ਕਦੇ ਆਮ ਆਦਮੀ ਪਾਰਟੀ ਵਾਲੇ ਪਾਸੇ ਗੱਲਬਾਤ ਹੁੰਦੀ ਸੀ, ਕਦੇ ਕਾਂਗਰਸ ਵਾਲੇ ਪਾਸੇ ਹੁੰਦੀ ਸੀ, ਕਦੇ ਅਕਾਲੀਆਂ ਵਾਲੇ ਪਾਸੇ ਪਲੜਾ ਭਾਰੀ ਹੁੰਦਾ ਸੀ, ਪਰ ਆਖਿਰਕਾਰ ਸਾਰਿਆਂ ਦੀ ਚੁੱਪ ਸ਼ਾਂਤ ਹੋ ਗਈ ਔਰ ਸਿੱਧੂ ਮੂਸੇਵਾਲਾ ਨੇ ਅੱਜ ਰਵਾਇਤੀ ਜਿਹੜਾ ਹੈਗਾ ਕਾਂਗਰਸ ਪਾਰਟੀ ਨੂੰ ਜੁਆਇਨ ਕਰ ਲਿਆ। ਔਰ ਪੰਜਾਬ ਭਵਨ ਦੇ ਵਿੱਚ ਅੱਜ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਡਾਕਟਰ ਰਾਜ ਕੁਮਾਰ ਵੇਰਕਾ, ਰਾਜਾ ਵੜਿੰਗ ਅਤੇ ਹੋਰ ਜਿਹੜੀ ਲੀਡਰਸ਼ਿਪ ਸੀ ਮੇਨ ਉਹ ਸਾਰੀ ਉੱਥੇ ਹਾਜ਼ਰ ਸੀ ਔਰ ਸਿੱਧੂ ਮੂਸੇਵਾਲੇ ਨੂੰ ਜੀ ਆਇਆਂ ਨੂੰ ਕਿਹਾ। ਔਰ ਇਹ ਵੀ ਅੱਗੇ ਗੱਲ ਤੈਅ ਹੀ ਹੈ, ਕਹਿਣ ਦੀ ਲੋੜ ਹੀ ਨਹੀਂ ਕਿ ਮਾਨਸਾ ਦੀ ਜਿਹੜੀ ਸੀਟ ਹੈ, ਟਿਕਟ ਹੈ ਜਿਹੜੀ ਆ ਉਹ ਸਿੱਧੂ ਮੂਸੇਵਾਲੇ ਦੀ ਝੋਲੀ ਦੇ ਵਿੱਚ ਜਾਊਗੀ। ਔਰ ਪੂਰੀ ਉਮੀਦ ਜਤਾ ਰਹੀ ਹੈ ਕਾਂਗਰਸ ਪਾਰਟੀ ਵੀ ਹੋਰ ਵੀ ਵੱਡੇ ਦਿੱਗਜ ਜਿਹੜੇ ਨੇ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ। ਲੈਲ ਸਾਹਿਬ ਜੀ, ਸਿੱਧੂ ਮੂਸੇਵਾਲੇ ਦਾ ਪਾਰਟੀ ਵਿੱਚ ਆਉਣਾ ਔਰ ਪਾਰਟੀ ਦੇ ਵਿੱਚ ਆ ਕੇ ਜਿਹਨੂੰ ਕਹਿ ਸਕਦੇ ਹਾਂ ਆਪਾਂ ਜੁਆਇਨ ਕਰਨਾ ਕਾਂਗਰਸ ਪਾਰਟੀ, ਇਹ ਕਿੰਨਾ ਕੁ ਕਾਂਗਰਸ ਪਾਰਟੀ ਵਾਸਤੇ ਇਹ ਰਾਮਬਾਣ ਸਿੱਧ ਹੋਊਗਾ ਕਿ ਮਾਨਸਾ ਦੀ ਸੀਟ, ਮਾਨਸਾ ਕਦੇ ਵੀ ਡਿਵੈਲਪਮੈਂਟ ਨਹੀਂ ਹੋਈ। ਉਹ ਸਿੱਧੂ ਮੂਸੇਵਾਲੇ ਨੇ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਖੁਦ ਆਪ ਕਿਹਾ ਕਿ ਮਾਨਸਾ ਬਹੁਤ ਪਛੜਿਆ ਹੋਇਆ ਇਲਾਕਾ ਹੈ, ਮਾਨਸਾ ਕਿਸੇ ਐਮਐਲਏ ਨੇ ਪੈਸੇ ਖਰਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਅੱਜ ਵੀ ਉੱਥੇ ਮੁੱਢਲੀਆਂ ਸਹੂਲਤਾਂ ਹੈ ਨਹੀਂ, ਗਲੀਆਂ ਨਾਲੀਆਂ ਕੱਚੀਆਂ ਪਈਆਂ ਔਰ ਸੜਕਾਂ ਦਾ ਬੁਰਾ ਹਾਲ ਹੈ, ਕੋਈ ਡਿਵੈਲਪਮੈਂਟ ਨਹੀਂ, ਕੋਈ ਮਾਲ ਨਹੀਂ, ਕੋਈ ਫੈਕਟਰੀ ਨਹੀਂ, ਕੋਈ ਇੰਡਸਟਰੀ ਨਹੀਂ, ਕੁਛ ਵੀ ਹੈ ਨਹੀਂ ਮਾਨਸਾ ਦੇ ਵਿੱਚ। ਕੀ ਸਮਝਦੇ ਹੋ ਕਿ ਸਿੱਧੂ ਮੂਸੇਵਾਲੇ ਦੇ ਆਉਣ ਦੇ ਨਾਲ ਕੁਛ ਨਾ ਕੁਛ ਪੋਜ਼ਿਟਿਵ ਪ੍ਰਭਾਵ ਜਿਹੜਾ ਹੈਗਾ ਉਹ ਪਏਗਾ ਜਾਂ ਫਿਰ ਨਹੀਂ ਪਏਗਾ? ਜੀ ਲੈਲ ਸਾਹਿਬ। ਗਿੱਲ ਸਾਹਿਬ, ਗੱਲ ਤਾਂ ਇਹ ਆ ਵੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਸਾਡੀਆਂ ਰਾਜਸੀ ਪਾਰਟੀਆਂ ਦੀ ਜੀ, ਤੇ ਜਿਹੜੀ ਮੁੱਖ ਰਾਜਸੀ ਪਾਰਟੀ ਆ ਸਰਕਾਰ ਰਾਜ ਕਰ ਰਹੀ ਹੈ ਜੀ, ਉਹਦੀ ਗੱਲ ਕਰਦੇ। ਜਿਵੇਂ ਉਹਨਾਂ ਦੇ ਰਿਪੋਰਟ ਕਾਰਡ ਦੀ ਗੱਲ ਕੀਤੀ ਤੁਸੀਂ ਜੀ, ਸਭ ਤੋਂ ਪਹਿਲਾਂ ਮੈਂ ਤਾਂ ਇੱਕ ਖਾਣ ਦੀ ਗੱਲ ਕਰਦਾ ਹੁੰਨਾ ਜੀ। ਉਹ ਇਹ ਆ ਵੀ ਕਿਤੇ ਕਹਿੰਦੇ ਵੀ ਕਿਸੇ ਬੰਦੇ ਨੂੰ ਨਾ ਕਿਸੇ ਦੇ ਘਰਦਿਆਂ ਨੇ ਦਹੀਂ ਲੈਣ ਭੇਜਤਾ ਜਾਂ ਦੁੱਧ ਲੈਣ ਭੇਜਤਾ, ਉਹ ਸਵੇਰ ਦਾ ਗਿਆ, ਜਦੋਂ ਸ਼ਾਮ ਤੱਕ ਘਰ ਨਹੀਂ ਆਇਆ ਤਾਂ ਉਹਨੂੰ ਕੁਦਰਤੀ ਗੱਲਾਂ ਬਾਤਾਂ 'ਚ ਜਾਂ ਆਪਣੇ ਹੋਰ ਨਾਲ ਰੁਝੇਵਿਆਂ ਤੋਂ ਜਦੋਂ ਯਾਦ ਆਇਆ ਵੀ ਮੈਨੂੰ ਤਾਂ ਸਾਲਾ ਘਰਦਿਆਂ ਨੇ ਭੇਜਿਆ ਸੀ ਦੁੱਧ ਲੈਣ ਜਾਂ ਦਹੀਂ ਨਾਲ ਭੇਜਿਆ ਸੀ, ਤਾਂ ਮੈਂ ਤਾਂ ਇੱਥੇ ਹੀ ਉਲਝਿਆ ਰਿਹਾ। ਉਹ ਕਰਦਾ ਕਰਾਉਂਦਾ ਕਿਦਾ ਵੀ ਜਲਦੀ ਆਪਣਾ ਦੁੱਧ ਜਾਂ ਦਹੀਂ ਖਰੀਦਦਾ ਤੇ ਘਰ ਨੂੰ ਭੱਜਦਾ। ਜਦੋਂ ਘਰ ਨੂੰ ਭੱਜਣ ਲੱਗਦਾ ਤੇ ਰਸਤੇ 'ਚ ਜਾਂ ਘਰ ਦੇ ਦਰਵਾਜ਼ੇ 'ਚ ਹੀ ਉਹਦਾ ਪੈਰ ਫਿਸਲ ਜਾਂਦਾ। ਅੱਛਾ। ਉਹ ਡਿੱਗ ਪੈਂਦਾ, ਦੁੱਧ ਰੁੜ ਜਾਂਦਾ। ਉਹ ਖੀਰੀ ਹਾਰ ਕੇ ਘਰਦਿਆਂ ਨੂੰ ਕਹਿੰਦਾ ਵੀ ਤੁਹਾਡੀਆਂ ਕਾਲੀਆਂ ਨੇ ਮੈਨੂੰ ਮਾਰ ਲਿਆ। ਬਿਲਕੁਲ। ਵੀ 4.5 ਸਾਲ ਤੱਕ ਕਾਂਗਰਸ ਦੀ ਹਕੂਮਤ ਨੇ ਲੋਕਾਂ ਦੇ ਦੁੱਖਾਂ ਦਰਦਾਂ ਵੱਲ ਧਿਆਨ ਨਹੀਂ ਦਿੱਤਾ, ਤੇ ਹੁਣ ਜਦੋਂ ਘਰ ਆਈ ਜੰਝ ਤੇ ਵਿੰਨੋ ਕੁੜੀ ਦੇ ਕੰਨ, ਉਹ ਕੰਮ ਹੋ ਗਿਆ। ਹੁਣ ਕੰਨ ਵਿੰਨਣ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਨੇ, ਅੱਜ ਰਿਪੋਰਟ ਕਾਰਡ ਵੀ ਪੇਸ਼ ਹੋ ਰਹੇ ਨੇ। ਨੁਕਾਤੀ ਜਿਹੜੇ 18 ਨੁਕਾਤੀ ਪ੍ਰੋਗਰਾਮ ਸੀ ਉਹਨਾਂ ਦੇ ਉੱਤੇ ਵੀ ਜਿਹੜੀ ਆ ਉਹ ਅਮਲ ਹੋਣ ਦੀਆਂ ਗੱਲਾਂ ਕਰ ਰਹੇ ਨੇ। ਔਰ ਇਹ ਸਾਰਾ ਕੁਝ ਜਿਹੜਾ ਇੱਕ ਡਰਾਮੇਬਾਜ਼ੀ ਹੈ। ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ, ਉਹ ਲੋਕ ਜਾਣਦੇ ਨੇ ਜਿਹੜੇ ਸਿਆਣੇ ਨੇ, ਜਿਹੜੇ ਸਮਝਦਾਰ ਨੇ, ਜਿਹੜੇ ਇਹਦੇ ਤੋਂ ਜਿਹੜੇ ਦੁਖੀ ਨੇ। ਬਹੁਤੀ ਆਮ ਪਬਲਿਕ ਜਿਹੜੀ ਆ ਉਹ ਤੇ ਵਿਖਾਵੇ ਦੀ ਜਿਹੜੀ ਆ ਉਹ ਜ਼ਿੰਦਗੀ ਜੀਂਦੀ ਹੈ। ਉਹਨਾਂ ਵਾਸਤੇ ਜਿਹੜੇ ਲਾਲਚ ਜਾਂ ਕੁਛ ਹੋਰ ਉਹਨਾਂ ਤਰੀਕਿਆਂ ਨੂੰ ਜਾਂ ਜਿਹੜੀ ਕੋਈ ਅਖਬਾਰਾਂ 'ਚ ਆ ਗਈ ਜਾਂ ਕਿਤੇ ਆ ਗਈ ਉਹਨਾਂ ਨੂੰ ਵੇਖ ਕੇ ਤਸੱਲੀ ਕਰ ਲੈਂਦੇ ਨੇ। ਪਰ ਚਿੰਤਾਤੁਰ ਉਹ ਲੋਕ ਹੁੰਦੇ ਨੇ
ਜਿਹੜੇ ਆਪਣੀ ਜਿਹੜੀ ਅੱਖ ਹੈ ਉਹ ਪੰਜਾਬ ਦੇ ਲੋਕਾਂ ਲਈ ਖੁੱਲੀ ਰੱਖਦੇ ਨੇ, ਦਿਮਾਗ ਖੁੱਲਾ ਰੱਖਦੇ ਨੇ, ਹਰ ਚੀਜ਼ ਖੁੱਲੀ ਰੱਖਦੇ ਨੇ ਤਾਂ ਕਿ ਸਮਾਜ ਦੇ ਅੰਦਰੋਂ ਗੰਦ ਜਿਹੜਾ ਉਹ ਸਾਫ਼ ਕਰਕੇ ਸਾਫ਼ ਸੁਥਰਾ ਸਮਾਜ ਜਿਹੜਾ ਉਹ ਸਾਰਿਆ ਜਾਏ। ਦੂਜੀ ਗੱਲ ਰਹੀ ਰਾਜਨੀਤਿਕ ਲੋਕਾਂ ਦੀ, ਇਹ ਯੁੱਗ ਹੈ, ਇਹ ਮੇਲਾ ਹੈ। ਸੋ ਇਹ ਮੇਲਾ ਅਜੇ 15 ਦਿਨ ਹੋਰ ਭਖਣਾ ਹੈ। ਇਸ ਮੇਲੇ ਦੇ ਦੌਰਾਨ ਬਹੁਤ ਰੰਗ ਬਿਰੰਗੇ ਲੋਕਾਂ ਨੇ ਇਸ 'ਚ ਆਉਣਾ ਹੈ, ਜੁਆਇਨ ਕਰਨਾ ਹੈ, ਇਸ ਲਾਲਚ ਨਾਲ ਕਰਨਾ ਹੈ ਕਿ ਸਾਨੂੰ ਕੋਈ ਨਾ ਕੁਝ ਰਾਜਗੱਦੀ 'ਚੋਂ ਹਿੱਸਾ ਮਿਲੇ। ਜਿੱਥੋਂ ਤੱਕ ਗੱਲ ਮੂਸੇਵਾਲੇ ਦੀ ਹੈ, ਅਨੇਕਾਂ ਬੰਦੇ ਇੱਕ ਦੂਜੇ ਪਾਰਟੀਆਂ 'ਚ ਜੁਆਇਨ ਕਰਦੇ ਆਏ ਨੇ, ਆਉਂਦੇ ਜਾਂਦੇ ਰਹੇ ਨੇ, ਪਰ ਗੱਲ ਸਵਾਲ ਇਸ ਗੱਲ ਦੀ ਆ ਵੀ ਜਿਹੜਾ ਵੀ ਬੰਦਾ ਕਿਸੇ ਪਾਰਟੀ ਨੂੰ ਜੁਆਇਨ ਕਰਦਾ ਉਹ ਇਸ ਲਾਲਚ ਵਸ ਹੋ ਕੇ ਕਰਦਾ ਕਿ ਮੈਨੂੰ ਉੱਥੋਂ ਇਹ 'ਚੋਂ ਹਿੱਸਾ ਕੀ ਮਿਲੇਗਾ। ਜਿੱਦਾਂ ਤੁਸੀਂ ਮੂਸੇਵਾਲੇ ਦੀ ਗੱਲ ਕੀਤੀ ਹੈ, ਮੈਂ ਕਹਿੰਦਾ ਇੱਕ ਬਹੁਤ ਅੱਛੀ ਗੱਲ ਆ, ਅੱਜ ਜਵਾਨੀ ਜਿਹੜੀ ਪੰਜਾਬ ਦੀ ਜਿਹੜੀ ਵਾਗਡੋਰ ਹੈ ਉਹ ਨੌਜਵਾਨਾਂ ਦੇ ਹੱਥਾਂ 'ਚ ਆਉਣੀ ਚਾਹੀਦੀ ਹੈ। ਨੌਜਵਾਨ ਸਾਡਾ ਭਵਿੱਖ ਨੇ। ਸੋ ਨੌਜਵਾਨ ਆਪਣੀ ਜੋਸ਼ ਤੇ ਹੋਸ਼ ਦੇ ਨਾਲ ਬਹੁਤ ਵੱਡਾ ਵਿਕਾਸ ਕਰ ਸਕਦੇ ਨੇ, ਸਾਡੀ ਵਿਰਾਸਤ ਨੂੰ ਸਾਂਭ ਸਕਦੇ ਨੇ। ਪਰ ਸਵਾਲ ਇਸ ਗੱਲ ਦਾ ਕਿ ਸਾਡੀ ਅੱਜ ਨੌਜਵਾਨ ਪੀੜ੍ਹੀ ਰਾਜਸੀ ਤੌਰ ਤੇ ਇੰਨੀ ਸੂਝਵਾਨ ਤੇ ਸਿਆਣੀ ਨਹੀਂ ਹੋਈ, ਉਹ ਵੀ ਇੱਕ ਲਾਲਚ ਵਸ ਹੋ ਕੇ ਉਹ ਫੈਸਲਾ ਕਰਦੀ ਹੈ। ਮੂਸੇਵਾਲੇ ਨੂੰ ਕਈ ਪਾਰਟੀਆਂ ਨੇ ਸੰਪਰਕ ਕੀਤਾ ਜੀ, ਇਸ ਕਰਕੇ ਸੰਪਰਕ ਨਹੀਂ ਕੀਤਾ ਕਿ ਉਹਦੀ ਕੋਈ ਸਿਆਸੀ ਸੂਝ ਹੈ ਜਾਂ ਉਹ ਕੋਈ ਸਿਆਸੀ ਸਮਝ ਰੱਖਦਾ ਜਾਂ ਪੰਜਾਬ ਦੇ ਲੋਕਾਂ ਦਾ ਦਰਦ ਹੰਢਾਇਆ ਉਹਨੇ, ਜਾਂ ਉਹਦੇ ਕੋਈ ਆਪ ਉਹਨੇ ਕੋਈ ਇੰਨੀਆਂ ਸਟੂਡੈਂਟ ਵੇਲੇ ਹੋਣ ਦੇ ਨਾਤੇ ਜਾਂ ਜਿਸ ਵੇਲੇ ਉਹ ਵਿਦਿਆਰਥੀ ਜੀਵਨ ਸੀ ਜਾਂ ਕਿਸੇ ਹੋਰ ਨਾਤੇ ਉਹਨੇ ਕੁਝ ਇਸ ਆਜ਼ਾਦੀ ਦੇ ਚਲੋ ਉਦੋਂ ਜੰਮਿਆ ਹੀ ਨਹੀਂ ਹੋਣਾ ਹੋਵੇ, ਕਹਿਣ ਦਾ ਭਾਵ ਹੋਰ ਅਨੇਕਾਂ ਅੰਦੋਲਨ ਚੱਲੇ ਨੇ ਪੰਜਾਬ ਦੇ ਅੰਦਰ ਅਨੇਕਾਂ ਹੋਰ ਰੈਲੀਆਂ ਧਰਨੇ ਹੋਏ ਨੇ, ਕਿਸਾਨੀ ਦਾ ਧਰਨਾ ਵੀ ਹੋਇਆ। ਉਹਦੇ ਦੌਰਾਨ ਉਹਦਾ ਕੀ ਰੋਲ ਰਿਹਾ? ਇਹ ਸਿਆਸੀ ਸੂਝ ਦੇ ਕਾਰਨ ਹੀ ਜਿਹੜਾ ਮਤਲਬ ਬੰਦਾ ਉਹ ਕਿਸੇ ਨੂੰ ਜੁਆਇਨ ਕਰਦਾ। ਸੋ ਚੰਗਾ ਹੋਵੇ ਜੇ ਉਹਨਾਂ ਬੰਦਿਆਂ ਨੂੰ ਜੁਆਇਨ ਕਰਕੇ ਕਿਸੇ ਨਾ ਕਿਸੇ ਰਾਜਸੀ ਪਾਰਟੀ 'ਚ ਲਿਆਂਦਾ ਜਾਵੇ ਨਾ, ਤਾਂ ਉਹਦੀ ਸੂਝ ਜਿਹੜੀ ਹੈ ਸਿਆਸੀ ਹੁੰਦੀ ਹੈ। ਇਹ ਵੱਖਰੀ ਗੱਲ ਹੈ ਕਿ ਉਹਨਾਂ ਜਿੰਨੀਆਂ ਵੀ ਰਾਜਸੀ ਪਾਰਟੀਆਂ ਨੇ ਇਹ ਸਿਰਫ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ, ਸੀਟ ਜਿੱਤਣ ਵਾਸਤੇ, ਚਾਹੇ ਇਹਨਾਂ ਨੂੰ ਸੀਟ ਜਿੱਤਣ ਵਾਸਤੇ ਜਿਹੜੇ ਮਰਜ਼ੀ ਦੇਸ਼ ਕੰਟਰੀ ਜਾਂ ਜਿਹੜੇ ਮਰਜ਼ੀ ਸੂਬੇ ਤੋਂ ਬੰਦਾ ਲਿਆ ਕੇ ਉਹਦੀ ਵੋਟ ਬਣਾ ਕੇ ਉਹਨੂੰ ਉੱਥੇ ਸੀਟ ਅਨਾਉਂਸ ਕਰਤੀ ਜਾਂਦੀ ਹੈ। ਆਮ ਤੌਰ ਤੇ ਆਪਾਂ ਵੇਖਿਆ ਵੀ ਬੰਦਾ ਆਪਣੇ ਏਰੀਏ ਦਾ ਅਲੱਗ ਦਾ ਹੁੰਦਾ ਹੀ ਨਹੀਂ, ਤੇ ਜਿਹੜੀਆਂ ਰਾਜਸੀ ਪਾਰਟੀਆਂ ਨੇ ਉਹ ਸੀਟ ਜਿੱਤਣ ਵਾਸਤੇ ਉਹਨੂੰ ਜਿਹੜਾ ਉੱਥੇ ਖੜਾ ਕਰ ਦਿੰਦੀਆਂ, ਇਸ ਭਰੋਸੇ ਵੀ ਇਹ ਜਿੱਤ ਜਾਵੇਗਾ, ਸਾਡੇ ਵੱਲੋਂ ਜਿੱਥੇ ਮਰਜ਼ੀ ਜਾਵੇ ਸਾਡੀ ਤੇ ਸੀਟ ਜਿਹੜੀ ਪੱਕੀ ਹੈ। ਸੋ ਚੰਗਾ ਹੋਵੇ ਜੇ ਕਾਂਗਰਸ ਨੇ ਭਰੋਸਾ ਕਰਕੇ ਸਿੱਧੂ ਮੂਸੇਵਾਲੇ ਨੂੰ ਮਾਨਸਾ ਦੇ ਉੱਤੋਂ ਕੋਈ ਕੈਂਡੀਡੇਟ ਅਨਾਉਂਸ ਕਰਨ ਦੀ ਗੱਲ ਕੀਤੀ ਹੋਵੇ, ਜਾਂ ਇਹਨਾਂ ਨੇ ਕਾਂਗਰਸ ਪਾਰਟੀ ਦੀਆਂ ਪਾਲਿਸੀਆਂ ਨੂੰ ਜਾਂ ਇਹਨਾਂ ਦੇ ਸਿਧਾਂਤ ਨੂੰ ਮੂਸੇਵਾਲੇ ਨੇ ਮੰਨ ਲਿਆ ਹੋਵੇ ਤੇ ਮੂਸੇਵਾਲੇ ਨੇ ਇਸ ਸਿਧਾਂਤ ਦੇ ਮੁਤਾਬਕ ਉਹ ਕੰਮ ਕਰਨਾ ਹੋਵੇ ਤੇ ਕੋਈ ਬੁਰੀ ਗੱਲ ਨਹੀਂ, ਵਧੀਆ ਗੱਲ ਹੈ। ਕਿਉਂਕਿ ਮਾਨਸੇ ਦੇ ਅੰਦਰ ਅਜੇ ਤੱਕ ਉਹ ਪਛੜਿਆ ਏਰੀਆ ਹੈ, ਉੱਥੇ ਕੋਈ ਇੰਡਸਟਰੀ ਨਹੀਂ, ਉੱਥੇ ਕੋਈ ਵਧੀਆ ਸੜਕਾਂ ਨਹੀਂ। ਮੈਂ ਸਾਰਾ ਏਰੀਆ ਘੁੰਮ ਕੇ ਹੀ ਵੇਖਿਆ, ਉਹ ਅੱਜ ਵੀ ਪਛੜੇ ਇਲਾਕੇ ਦਾ ਜਿਹੜਾ ਉਹ ਗਿਣਿਆ ਜਾਂਦਾ। ਇਹ ਸਾਰੇ ਜਿਹੜੇ ਦੁਆਬੇ ਦੇ ਜਿਹੜੇ ਹੈਗੇ ਨੇ, ਮਾਲਵੇ ਦੇ ਜਿਹੜੇ ਏਰੀਏ ਨੇ, ਉਹਨਾਂ 'ਤੇ ਇਹ ਅਜੇ ਬਹੁਤ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਇਕੱਲਾ ਮੂਸੇਵਾਲਾ ਨਹੀਂ, ਅਨੇਕਾਂ ਹੋਰ ਵੀ ਮਾਨਸੇ ਦੇ ਵਿੱਚੋਂ ਹਸਤੀਆਂ ਜਿਹੜੀਆਂ ਨੇ ਉਹ ਇਲੈਕਸ਼ਨ ਅਕਾਲੀ ਦਲ ਤੋਂ ਵੀ ਤੇ ਕਾਂਗਰਸ ਤੋਂ ਵੀ ਲੜਦੀਆਂ ਰਹੀਆਂ। ਇਹ ਗੱਲ ਵੱਖਰੀ ਹੈ ਕਿ ਬਾਅਦ 'ਚ ਜਾ ਕੇ ਇਹ ਐਮਐਲਏ ਜਾਂ ਆਪਣੇ ਜਿਹੜੇ ਸਾਡੇ ਆਗੂ ਨੇ ਇਹ ਕਹਿ ਦਿੰਦੇ ਨੇ ਵੀ ਸਾਨੂੰ ਤੇ ਫੰਡ ਹੀ ਨਹੀਂ ਮਿਲਿਆ। ਫੰਡ ਤੇ ਤਾਂ ਮਿਲੇ ਜੇ ਤੁਸੀਂ ਵਿਕਾਸ ਦੇ ਕਾਰਜਾਂ ਨੂੰ ਆਪਣੇ ਹੱਥ 'ਚ ਲਿਆ ਹੋਵੇ। ਤੁਸੀਂ ਜਿੱਤਣ ਤੋਂ ਬਾਅਦ ਆਪਣੇ ਉਸ ਏਰੀਏ 'ਚ ਮੁੜ ਕੇ ਜਾਂਦੇ ਹੀ ਨਹੀਂ। ਇੱਕ ਕੈਂਡੀਡੇਟ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਇਸ ਹਲਕੇ ਦੇ ਵਿੱਚ, ਵਿਧਾਨ ਸਭਾ ਹਲਕੇ ਦੇ ਵਿੱਚ ਕਿੰਨੇ ਸਕੂਲ ਹੈ। ਸੋ ਮੈਂ ਮੂਸੇਵਾਲੇ ਨੂੰ ਜਿਨ੍ਹਾਂ 'ਤੇ ਭਰੋਸਾ ਕਰਕੇ ਗੱਲ ਆਪਾਂ ਸਾਰਾ ਜਵਾਨੀ ਜਿਹੜੀ ਨੌਜਵਾਨੀ ਉਹਦੇ ਗੀਤਾਂ ਨੂੰ ਪਸੰਦ ਕਰਦੀ ਹੈ ਜਾਂ ਉਹਦੇ ਹੋਰ ਟੈਲੈਂਟ ਨੂੰ ਪਸੰਦ ਕਰਦੀ ਹੈ। ਇੱਥੇ ਟੈਲੈਂਟ ਜਾਂ ਗਾਇਕੀ ਕੰਮ ਨਹੀਂ ਆਉਣੀ, ਇੱਥੇ ਕੰਮ ਆਉਣੀ ਆ ਪੰਜਾਬ ਦੇ ਲੋਕਾਂ ਲਈ ਸਮਰਪਿਤ ਹੋਣਾ ਪੈਣਾ। ਜੇ ਵਾਕਈ ਤੁਸੀਂ ਸਿੱਧੂ ਮੂਸੇਵਾਲੇ ਜੀ ਜੇ ਜੁਆਇਨ ਕੀਤਾ ਤੇ ਤੁਹਾਨੂੰ ਘੱਟੋ ਘੱਟ ਤੁਹਾਡੇ ਇਸ ਜ਼ਿਲ੍ਹੇ ਦੇ ਜਾਂ ਵਿਧਾਨ ਸਭਾ ਹਲਕੇ ਦੇ ਪਿੰਡਾਂ ਬਾਰੇ, ਹਸਪਤਾਲਾਂ ਬਾਰੇ, ਸਕੂਲਾਂ ਬਾਰੇ, ਉੱਥੋਂ ਦੀਆਂ ਸੜਕਾਂ ਬਾਰੇ, ਉੱਥੋਂ ਦੇ ਗਰੀਬ ਤਬਕੇ ਦੇ ਇਕੱਠੇ ਹੋਏ ਮਕਾਨਾਂ ਬਾਰੇ ਔਰ ਉੱਥੋਂ ਦੇ ਗਰੀਬੀ ਦੇ ਜੂਝ ਰਹੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਜੁੜੇ ਹੋਏ ਮੰਗਾਂ ਤੇ ਮਸਲਿਆਂ ਤੋਂ ਤੁਹਾਨੂੰ ਜਾਣੂ ਹੋਣਾ ਪਏਗਾ। ਔਰ ਬਰਛੀ ਗੱਲ ਹੈ ਕਿ ਜੇ ਮੂਸੇਵਾਲਾ ਇਸ ਢੰਗ ਦਾ ਕੋਈ ਮਾਡਲ ਬਣ ਕੇ ਬਾਹਰ ਆਉਂਦਾ ਤੇ ਕੋਈ ਬੁਰੀ ਗੱਲ ਨਹੀਂ ਹੈ। ਸੋ ਅੱਜ ਨੌਜਵਾਨਾਂ ਨੂੰ
ਇਹਨਾਂ ਰਾਜਸੀ ਪਾਰਟੀਆਂ 'ਚ ਜੁਆਇਨ ਕਰਕੇ ਇੱਕ ਚੰਗੇ ਸਿਧਾਂਤਕ ਤੌਰ ਤੇ ਅਸੂਲਾਂ ਦੇ ਤਹਿਤ ਇਸ ਪਾਰਟੀ ਨੂੰ ਜੁਆਇਨ ਕਰਨਾ ਚਾਹੀਦਾ। ਕਿਸੇ ਵੀ ਪਾਰਟੀ ਨੂੰ ਤੁਸੀਂ ਜੁਆਇਨ ਕਰਦੇ ਹੋ ਤੇ ਸਭ ਤੋਂ ਪਹਿਲਾਂ ਉਹਦਾ ਕਨਸਟੀਟਿਊਸ਼ਨ ਪੜ੍ਹੋ। ਸਭ ਤੋਂ ਪਹਿਲਾਂ ਕਨਸਟੀਟਿਊਸ਼ਨ ਪੜ੍ਹ ਕੇ ਉਹਦੇ ਸੰਵਿਧਾਨਕ ਵੇਖੋ ਵੀ ਉਹਦੇ ਅੰਦਰ ਕੀ ਹੈ, ਕੀ ਵਿਕਾਸ ਦੇ ਉਹਨਾਂ ਦੇ ਕੋਲੇ ਕੋਈ ਪ੍ਰੋਗਰਾਮ ਹੈ, ਕੀ ਉਹ ਵਿਕਾਸ ਕਰਨ ਦੇ ਯੋਗ ਹੈ ਕਿ ਜਾਂ ਸਿਰਫ ਤੇ ਸਿਰਫ ਇੱਕ ਰਾਜਸੀ ਪਾਰਟੀ ਰਜਿਸਟਰਡ ਕਰਾ ਕੇ ਤੁਸੀਂ ਤੁਰੇ ਫਿਰਦੇ ਹੋ। ਸੋ ਇਸ ਕਰਕੇ ਘੱਟ ਤੋਂ ਘੱਟ ਸਾਡੇ ਰਾਜਨੀਤਿਕ ਲੋਕਾਂ ਨੂੰ ਜਿਹੜੇ ਨਿੱਤ ਨਵੇਂ ਉਹ ਪਾਲਿਸੀਆਂ ਬਦਲਦੇ ਨੇ। ਪਹਿਲੀ ਗੱਲ ਤਾਂ ਮੈਂ ਕੱਲ ਵੀ ਗਿੱਲ ਸਾਹਿਬ ਕਹੀ ਸੀ ਜੀ ਲੈਲ ਸਾਹਿਬ ਵੀ ਅੱਜ ਯੁੱਗ ਪਾਰਟੀਆਂ ਬਦਲਦਾ, ਪੱਗਾਂ ਬਦਲਦਾ। ਵੈਸੇ ਤਾਂ ਸਾਡਾ ਭਾਵੇਂ ਜਿਹੜਾ ਮਤਲਬ ਜਿਹੜਾ ਹੈਗਾ ਉਹ ਦਲ ਵਿਰੋਧੂ ਜਿਹੜਾ ਕਾਨੂੰਨ ਹੈ ਉਹ ਪਾਸ ਹੋਇਆ ਪਰ ਅਜੇ ਤੱਕ ਉਹਨੂੰ ਲਾਗੂ ਨਹੀਂ ਕੀਤਾ ਗਿਆ। ਜਿਹੜੇ ਦਲ ਬਦਲੀ ਕਾਨੂੰਨ ਨੇ ਇਹ ਬਣਾਉਣ ਵਾਲੇ ਵੀ ਇਹੀ ਸੀ ਰਾਜਨੀਤਿਕ ਲੋਕ ਤੇ ਤੋੜਨ ਵਾਲੇ ਵੀ ਇਹੀ ਰਾਜਨੀਤਿਕ ਲੋਕ ਸੀ। 4.5 ਸਾਲ ਤੋਂ ਪਹਿਲਾਂ ਕਿਸੇ ਰਾਜਨੀਤਿਕ ਨੇਤਾ ਨੇ ਆਪਣੀ ਪੱਗ ਨਹੀਂ ਬਦਲੀ, ਨਾ ਵਿਚਾਰ ਬਦਲੇ, ਨਾ ਪਾਰਟੀ ਬਦਲੀ। ਪਰ ਇਹ ਆਖਰੀ ਦਿਨਾਂ ਚਾਣ ਕੇ ਇਹ ਜਿਹੜਾ ਰੋਗ ਲੱਗ ਗਿਆ ਦਲ ਬਦਲੂ ਵਾਲਾ, ਕਿ ਉਹ ਕਿੱਥੇ ਗਿਆ ਕਾਨੂੰਨ ਦਲ ਬਦਲੂ ਵਾਲਾ। ਅੱਜ ਹਰ ਪਾਰਟੀ ਦਾ ਨੁਮਾਇੰਦਾ ਇਸ ਆਸ ਦੇ ਨਾਲ ਦੂਜੀ ਪਾਰਟੀ ਜੁਆਇਨ ਕਰ ਰਿਹਾ ਕਿ ਮੈਨੂੰ ਉੱਥੋਂ ਟਿਕਟ ਮਿਲ ਜਾਏਗੀ ਤੇ ਮੈਂ ਆਪਣਾ ਸਵਾਰ ਲਾਂਗਾ। ਜੇ ਅਗਰ ਲੜਾਈ ਲੜਨੀ ਹੈ ਤੇ ਲੜਾਈ ਲੜਨ ਵਾਸਤੇ ਸੰਯੁਕਤ ਕਿਸਾਨ ਮੋਰਚਾ ਵੇਖੋ ਕਿੱਥੋਂ ਸ਼ੁਰੂ ਹੋਇਆ ਸੀ ਤੇ ਅੱਜ ਕਿਸ ਮੁਕਾਮ ਤੇ ਪਹੁੰਚਿਆ। ਜੇ ਉਹ ਵੀ ਰਾਜਸੀ ਪਾਰਟੀਆਂ ਨੂੰ ਇਸੇ ਤਰ੍ਹਾਂ ਜਥੇਬੰਦੀਆਂ ਬਦਲਦੇ ਰਹਿੰਦੇ, ਲੱਖੋਵਾਲ ਦੂਜੀ ਜਥੇਬੰਦੀ ਚਲ ਜਾਂਦਾ, ਦੂਸਰਾ ਲੱਖੋਵਾਲ ਦੇ ਵਾਲੇ ਪਾਸੇ ਆ ਜਾਂਦਾ ਜਾਂ ਕਿਸੇ ਥਾਂ ਹੋ ਜਾਂਦਾ ਤੇ ਕਦੇ ਵੀ ਜਿੱਤ ਪ੍ਰਾਪਤ ਨਹੀਂ ਸੀ ਹੋ ਸਕਦੀ। ਜੀ ਲੈਲ ਸਾਹਿਬ ਪਤਾ ਕੀ ਗੱਲ ਹੈ, ਮੈਂ ਜਿੱਤਾਂ ਤੇ ਹਮੇਸ਼ਾ ਹੀ ਜਿਹੜੀਆਂ ਨੇ ਉਹ ਲੜ ਕੇ ਪ੍ਰਾਪਤ ਹੁੰਦੀਆਂ। ਮੈਂ ਤੁਹਾਡੇ ਨਾਲ ਸਹਿਮਤ ਹਾਂ ਵੀ ਸਿੱਧੂ ਮੂਸੇਵਾਲਾ ਇੱਕ ਬਹੁਤ ਵਧੀਆ ਅੱਛਾ ਆਰਟਿਸਟ ਹੈ, ਅੱਛੇ ਵਿਚਾਰਾਂ ਦਾ ਹੋ ਸਕਦਾ। ਮੇਰਾ ਕਹਿਣ ਦਾ ਮਤਲਬ ਇਹ ਨਹੀਂ ਵੀ ਮੂਸੇਵਾਲੇ ਨਾਲ ਕੋਈ ਸਾਨੂੰ ਲਾਸ ਹੋਏਗਾ। ਅਸੀਂ ਚਾਹੁੰਦੇ ਹਾਂ ਵੀ ਜੇ ਇਹ ਮਨ 'ਚ ਧਾਰ ਕੇ ਕੋਈ ਬੰਦੇ ਨੇ ਪਾਰਟੀ ਜੁਆਇਨ ਕੀਤੀ ਹੈ ਕਿ ਮੈਂ ਲੋਕਾਂ ਦੇ ਸੁਧਾਰ ਵਾਸਤੇ ਅੱਗੇ ਆਇਆ ਤੇ ਉਹਦੇ ਲਈ ਸਾਨੂੰ ਸਵਾਗਤ ਕਰਨਾ ਚਾਹੀਦਾ। ਪਰ ਜੇ ਉਹਦੇ ਮਨ ਦੇ ਅੰਦਰ ਇਹੀ ਹੈ ਵੀ ਮੈਂ ਰਾਜਨੀਤਿਕ ਪਾਰਟੀ ਦਾ ਆਪਣੇ ਦੇ ਓੜ ਕੇ, ਕਿਉਂਕਿ ਪਿਛਲੇ ਸਮੇਂ 'ਚ ਪਤਾ ਹੀ ਹੈ ਕਿੰਨੇ ਉਹਦੇ ਖਿਲਾਫ ਪਰਚੇ ਦਰਜ ਹੋਏ ਨੇ, ਕਿੰਨਾ ਕੁਝ ਹੋਇਆ, ਉਹਦੇ ਪਿੱਛੇ ਕਿਹੜੀਆਂ ਰਾਜਸੀ ਪਾਰਟੀਆਂ ਕੰਮ ਕਰਦੀਆਂ ਰਹੀਆਂ। ਜੇ ਤੋਂ ਇਸ ਬਦਲੇ ਦੀ ਭਾਵਨਾ ਨਾਲ ਇਸ ਪਾਰਟੀ ਜੁਆਇਨ ਕਰਕੇ ਤੇ ਆਪਣੇ ਆਪ ਨੂੰ ਕਿਸੇ ਰਾਜ ਦਾ ਹਿੱਸਾ ਬਣਾਉਣਾ ਚਾਹੁੰਦੇ ਹੋਣ ਤੇ ਇਹ ਸਭ ਤੋਂ ਗਲਤ ਹੈ। ਤੇ ਜੇ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰਨੀ ਹੈ ਤੇ ਮੂਸੇਵਾਲੇ ਨੂੰ ਲੜਨਾ ਪਏਗਾ, ਕਿਉਂਕਿ ਜਿਸ ਥਾਂ ਦੇ ਉੱਤੇ ਉਹਨੇ ਜੁਆਇਨ ਕੀਤਾ ਉੱਥੇ ਬਹੁਤ ਵੱਡੇ ਦਿਗਵਿਜੇ ਨੇ, ਬਹੁਤ ਵੱਡੀਆਂ ਗਿਰਜਾਂ ਨੇ, ਉੱਥੇ ਬਹੁਤ ਵੱਡਾ ਗੰਧਲਾ ਪਾਣਾ ਉੱਥੇ। ਔਰ ਇਸ ਗੰਧਲੇਪਣ ਨੂੰ ਸਾਫ਼ ਕਰਨ ਵਾਸਤੇ ਤੁਹਾਨੂੰ ਖੁਦ ਯਤਨ ਕਰਨਾ ਪੈਣਾ। ਮੈਂ ਇਸ ਕਰਕੇ ਮੂਸੇਵਾਲਾ ਜੀ ਨੂੰ ਇਹ ਹਦਾਇਤ ਨਹੀਂ ਅਪੀਲ ਵੀ ਕਰੂੰਗਾ ਕਿਉਂਕਿ ਸਾਡਾ ਛੋਟਾ ਵੀਰ ਹੈ। ਸੋ ਇਸ ਕਰਕੇ ਅਸੀਂ ਉਹਦੇ ਹਮੇਸ਼ਾ ਹੀ ਸਦਾ ਹੀ ਇਹ ਆਸ ਕਰਦੇ ਰਹਾਂਗੇ ਕਿ ਜੇ ਮੂਸੇਵਾਲੇ ਨੇ ਕਿਸੇ ਰਾਜਸੀ ਪਾਰਟੀ ਨੂੰ ਚੁਣਿਆ ਤੇ ਉੱਥੇ ਇਮਾਨਦਾਰੀ ਤੇ ਢੰਗ ਦੇ ਨਾਲ ਆਪਣੇ ਆਪ ਨੂੰ ਉਸ ਮਾਨਸੇ ਦੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹ ਘਾਤ ਨਾ ਕੀਤਾ ਜਾਏ। ਜੀ ਬਿਲਕੁਲ ਜੀ, ਯਕੀਨਨ ਸਿੱਧੂ ਮੂਸੇਵਾਲਾ ਲੋਕਾਂ ਦੀ ਕਸੌਟੀ ਤੇ ਖਰਾ ਉਤਰੂਗਾ। ਲੈਲ ਸਾਹਿਬ ਜੀ ਦੇਖੋ, ਜੇ ਆਪਾਂ ਇਹ ਸੋਚਣ ਲੱਗੇ ਵੀ ਇਹ ਡਾਕਟਰ ਨਵਾਂ ਹੈ, ਆਪਾਂ ਇਹ ਤੋਂ ਆਪਰੇਸ਼ਨ ਹੀ ਨਹੀਂ ਕਰਾਉਣਾ ਤਾਂ ਉਹਦਾ ਤਜਰਬਾ ਕਿਵੇਂ ਹੋਊਗਾ। ਚਲੋ ਮੰਨ ਲਿਆ ਗਾਇਕੀ ਦੇ ਖੇਤਰ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਨਾਮ ਹੈ, ਲੇਕਿਨ ਜੇ ਪੋਲੀਟੀਕਲ ਗੱਲ ਕਰੀਏ ਤਾਂ ਸਰਪੰਚ ਹੀ ਉਹਨਾਂ ਦੇ ਖੂਨ ਦੇ ਵਿੱਚ ਹੈਗੀ ਹੈ। ਔਰ ਜਿਹੜੀ ਪੋਲੀਟੀਕਲ ਜੜ ਹੈ ਉਹ ਸਰਪੰਚੀ ਤੋਂ ਜਾਂ ਬਲਾਕ ਸਮਿਤੀ ਤੋਂ ਇੱਥੋਂ ਹੀ ਸ਼ੁਰੂ ਹੁੰਦੀ ਹੈ। ਅਤੇ ਉਹਦੀ ਮਾਤਾ ਜੀ ਪੂਰੇ ਸਰਦਾਰਨੀ ਉਹ ਸਰਪੰਚਣੀ ਨੇ। ਔਰ ਕਹਿਣ ਦਾ ਮਤਲਬ ਇਹ ਬਾਦਲ ਸਾਹਿਬ ਜੇ ਅੱਜ ਇੰਨੇ ਵਾਰ ਮੁੱਖ ਮੰਤਰੀ ਬਣੇ ਤਾਂ ਉਹ ਵੀ ਸਰਪੰਚ ਤੋਂ ਸ਼ੁਰੂ ਹੋਏ ਸੀ। ਇਹ ਗੱਲ ਨਹੀਂ ਆਪਾਂ ਕਹਿ ਸਕਦੇ ਵੀ ਸਿੱਧੂ ਮੂਸੇਵਾਲੇ ਦਾ ਪੋਲੀਟੀਕਲ ਤਜਰਬਾ ਨਹੀਂ ਹੈ। ਸਿੱਧੂ ਮੂਸੇਵਾਲਾ ਤੁਰਿਆ ਫਿਰਦਾ ਇੱਕ ਸਰਗਰਮ ਲੀਡਰ ਹੈ। ਜਦੋਂ ਕਿਸਾਨੀ ਅੰਦੋਲਨ ਹੋਇਆ ਸੀ, ਮੈਂ ਤੁਹਾਡੀ ਜਾਣਕਾਰੀ ਦੱਸ ਦਿਆਂ, ਤਾਂ ਬਹੁਤ ਵੱਡੇ ਇਕੱਠ ਮਾਨਸਾ ਦੀ ਧਰਤੀ 'ਤੇ ਸਿੱਧੂ ਮੂਸੇਵਾਲੇ ਨੇ ਕਰੇ ਸੀ। ਦਿੱਲੀ ਦੇ ਵਿੱਚ ਵੀ ਸਰਗਰਮ ਰਿਹਾ। ਇਸੇ ਕਰਕੇ ਸਿੱਧੂ ਮੂਸੇਵਾਲਾ ਜੜ੍ਹਾਂ ਦੇ ਨਾਲ, ਜ਼ਮੀਨ ਦੇ ਨਾਲ ਜੁੜਿਆ ਹੋਇਆ ਬੰਦਾ ਹੈ ਔਰ ਖਾਨਦਾਨੀ ਬੰਦਾ ਹੈ। ਪੈਸੇ ਦੀ ਉਹਦੇ ਕੋਲ ਕੋਈ ਘਾਟ ਨਹੀਂ ਹੈ। ਇੱਕ ਵਾਰੀ ਹੁੰਦਾ ਨਾ ਜੇ ਬੰਦਾ ਆਪ ਨੰਗ ਹੋਵੇ ਤਾਂ ਫਿਰ ਉਹ ਠੱਗੀਆਂ ਮਾਰਦਾ। ਇਸ ਕਰਕੇ ਸਿੱਧੂ ਮੂਸੇਵਾਲੇ ਨੂੰ ਠੱਗੀਆਂ ਮਾਰਨ ਦੀ ਲੋੜ ਨਹੀਂ ਹੈ। ਉਹ ਇੱਕ ਖਾੜਾ ਲਾਵੇ ਤਾਂ ਵੀ 10-11 ਲੱਖ ਰੁਪਇਆ ਕਮਾ ਲੈਂਦਾ। ਸਭ ਗੱਲ ਇਹ ਨਹੀਂ ਜੇ ਸਿਆਸਤ ਦੇ ਗੰਧਲਾਪਣ ਆਇਆ ਨਾ, ਮੇਰੀ ਗੱਲ ਪੂਰੀ ਹੋ ਲੈਣ। ਨਹੀਂ ਮੈਂ ਦੱਸਦਾ, ਇਹ ਗੰਧਲਾਪਣ ਆਉਣ ਦਾ ਕਾਰਨ ਹੀ ਸਾਡਾ ਪੈਸਾ ਹੈ। ਅਸੀਂ ਇਹ ਜੇ ਸੋਚਦੇ ਹਾਂ ਵੀ ਲੋਕਾਂ ਦੀ ਜਿਹੜੀ ਕਿਸਮਤ ਉਹ ਪੈਸੇ ਨਾਲ ਬਦਲ ਸਕਦੀ ਹੈ, ਲੀਡਰ ਪੈਸੇ ਨਾਲ ਬਣ ਸਕਦਾ, ਇਹ ਗਲਤ ਹੈ। ਅੱਜ ਤੱਕ ਜੇ ਲੋਕਾਂ ਦੀ ਮੁਕਤੀ ਦਾ ਕੋਈ ਹੱਲ ਨਹੀਂ ਲੱਭਾ ਤਾਂ ਸਿਰਫ ਇਸੇ ਕਰਕੇ ਕਿਉਂਕਿ ਨਾ ਕਾਂਗਰਸ ਨੂੰ, ਨਾ ਅਕਾਲੀਆਂ ਨੂੰ,
ਨਾ ਹੀ ਕੇਜਰੀਵਾਲ ਨੂੰ ਕੋਈ ਉਹ ਗਰੀਬ ਆਦਮੀ ਲੱਭਾ ਜਿਹੜਾ ਗਰੀਬ ਆਦਮੀ ਲੋਕਾਂ ਲਈ ਜਾਨ ਦਿੰਦਾ। ਉਹਨਾਂ ਨੂੰ ਸਿਰਫ ਪੈਸੇ ਵਾਲੇ ਬੰਦੇ ਲੱਭਦੇ ਨੇ, ਉਹਨਾਂ ਨੂੰ ਸੈਲੀਬ੍ਰਿਟੀ ਲੱਭਦੇ ਨੇ। ਇਹਨਾਂ ਨਾਲੋਂ ਵੱਧ ਸਿਆਣੇ ਲੋਕ ਵੀ ਥੱਲੇ ਬੈਠੇ ਨੇ, ਉਹਨਾਂ ਨੂੰ ਕਦੀ ਕਿਸੇ ਨੇ ਸੀਟ ਨਹੀਂ ਦਿੱਤੀ, ਕਦੇ ਕਿਸੇ ਨੇ ਘਰ ਆਣ ਕੇ ਉਹਨਾਂ ਨੂੰ ਇਹ ਨਹੀਂ ਕਿਹਾ ਤੂੰ ਪਾਰਟੀ ਜੁਆਇਨ ਕਰ ਲਾ। ਜੇ ਗੱਲ ਸਿਆਸਤ ਦੀ ਕਰਦੇ ਆ ਤੇ ਸਿਆਸਤਦਾਨ ਜਿਹੜੇ ਨੇ ਅੱਜ ਉਹ ਕਰਪਟ ਨੇ, ਉਹਨਾਂ ਨੂੰ ਉਸੇ ਤਰ੍ਹਾਂ ਦਾ ਬੰਦਾ ਚਾਹੀਦਾ, ਭਾਲਣਾ ਲੱਭਦੇ ਨੇ ਜਿਹੜੇ ਬੰਦੇ ਪੈਸੇ ਵਾਲੇ ਹੋਣ, ਜਿਹੜੇ ਉੱਚੀ ਪਦਵੀ ਰੱਖਦੇ ਹੋਣ, ਲੋਕਾਂ ਉੱਚਿਆਂ 'ਚ ਬਹਿੰਦੇ ਖਲੋਂਦੇ ਹੋਣ। ਕਦੇ ਵੀ ਜਦੋਂ ਵੀ ਇਨਕਲਾਬ ਆਇਆ ਤਾਂ ਜਦੋਂ ਵੀ ਕਿਸੇ ਮੁਕਤੀ ਦੀ ਗੱਲ ਆਈ ਹੈ ਤਾਂ ਥੱਲੇ ਲੋਕਾਂ ਨੇ ਹੀ ਲੜ ਕੇ ਮੁਕਤੀ ਲਈ ਹੈ, ਨਾ ਕਿ ਪੈਸੇ ਵਾਲੇ ਨੇ ਲਈ ਹੈ, ਔਰ ਨਾ ਕਿ ਕਦੇ ਜਗੀਰਦਾਰ ਨੇ ਲਈ ਹੈ, ਨਾ ਹੀ ਕਿਸੇ ਸਰਮਾਏਦਾਰ ਨੇ ਲਈ ਹੈ। ਉਹ ਗੱਲ ਮੈਂ ਅਗਲੀ ਗੱਲ ਕਰਦਾ ਨਾ ਵੀ ਸੰਤ ਮਸਕੀਨ ਜੀ ਕਹਿੰਦੇ ਹੁੰਦੇ ਨੇ ਵੀ ਮੈਂ ਇਹ ਗੱਲ ਤੇ ਮੰਨ ਸਕਦਾ ਵੀ ਊਠ ਸੂਈ ਦੇ ਨੱਕੇ 'ਚੋਂ ਲੰਘ ਸਕਦਾ, ਪਰ ਮੈਂ ਕਦੇ ਇਹ ਨਹੀਂ ਮੰਨ ਸਕਦਾ ਕਿ ਕਿਸੇ ਧਨਾੜ ਨੇ ਰੱਬ ਨੂੰ ਪ੍ਰਾਪਤ ਕਰ ਲਿਆ ਜਾਂ ਧਨਾੜ ਰੱਬ ਦੇ ਨੇੜੇ ਚਲ ਗਿਆ। ਸੋ ਇਹ ਪੈਸੇ ਵਾਲੇ, ਇਹ ਸਾਰਾ ਜਿਹੜਾ ਸਿਸਟਮ ਹੈ ਇਹ ਸਿਰਫ ਸਾਡੇ ਲੋਕਾਂ ਨੂੰ ਦਬਾਉਣ ਵਾਸਤੇ ਹੈ। ਕਾਂਗਰਸ ਨੂੰ ਹੋਰ ਵੀ ਉੱਥੇ ਬਹੁਤ ਪੰਜਾਬ ਦੇ ਅੰਦਰ ਇਹੋ ਜਿਹੇ ਲੀਡਰ ਨੇ, ਇਹੋ ਜਿਹੇ ਲੋਕ ਨੇ ਕੁਰਬਾਨੀਆਂ ਵਾਲੇ, ਇਹੋ ਜਿਹੇ ਲੋਕ ਨੇ ਜਿਹੜੇ ਸੰਘਰਸ਼ਾਂ 'ਚ ਕਰਦੇ ਨੇ, ਪਰ ਉਹਨਾਂ ਨੂੰ ਕਦੇ ਨੁਮਾਇੰਦਗੀ ਨਹੀਂ ਦਿੱਤੀ। ਜੀ ਬਿਲਕੁਲ ਜੀ। ਲਹਿਲ ਸਾਹਿਬ ਇੱਕ ਹੋਰ ਵੀ ਗੱਲ ਹੈਗੀ ਹੈ, ਸਿੱਧੂ ਮੂਸੇਵਾਲੇ ਦਾ ਪੇਚਾ ਜਿਹੜਾ ਹੈ ਉਹ ਉਹਨਾਂ ਬੇਈਮਾਨ ਤੇ ਭ੍ਰਿਸ਼ਟ ਬੰਦਿਆਂ ਨਾਲ ਪੈਣ ਜਾ ਰਿਹਾ ਹੈ ਜੀ, ਜਿਨ੍ਹਾਂ ਨੇ ਮਾਨਸਾ ਨੂੰ ਲੁੱਟ ਕੇ ਖਾਧਾ। ਮੈਂ ਮਾਨਸਾ ਦੇ ਵਿੱਚ 20-25 ਸਾਲ ਰਿਹਾ ਔਰ ਮਾਨਸਾ ਦੀ ਤਰਾਸਦੀ ਮੈਨੂੰ ਪਤਾ ਹੈ ਕਿ ਮਾਨਸਾ ਦੇ ਵਿੱਚ ਸਰਕਾਰ ਕਿਸੇ ਦੀ ਹੁੰਦੀ ਹੈ, ਐਮਐਲਏ ਕਿਸੇ ਦਾ ਹੁੰਦਾ ਹੈ। ਇਸੇ ਕਰਕੇ ਉਹਦੇ ਕੋਲ ਰਟਿਆ ਇੱਕ ਫਾਰਮੂਲਾ ਹੁੰਦਾ ਕਿ ਮੈਂ ਤਾਂ ਨਹੀਂ ਵਿਕਾਸ ਕਰਵਾ ਸਕਿਆ ਕਿ ਮੇਰੇ ਕੋਲ ਫੰਡ ਹੈ ਨਹੀਂ ਸੀ ਜਾਂ ਮੇਰਾ ਸਾਥ ਨਹੀਂ ਦਿੱਤਾ ਸਰਕਾਰ ਨੇ। ਸੋ ਕੁੱਲ ਮਿਲਾ ਕੇ ਜੇ ਆਪਾਂ ਗੱਲਬਾਤ ਕਰੀਏ, ਸਾਡੇ ਮਾਨਸਾ ਹਲਕੇ ਦੀ ਗੱਲ ਕਰੀਏ ਜਾਂ ਮਾਨਸਾ ਦੇ ਆਸੇ-ਪਾਸੇ ਦੇ ਪਿੰਡਾਂ ਦੀ ਗੱਲ ਕਰੀਏ, ਬੜੇ ਭੋਲੇ ਭਾਲੇ ਲੋਕ ਨੇ ਉੱਥੋਂ ਦੇ। ਔਰ ਸਿੱਧੂ ਮੂਸੇਵਾਲਾ ਵੀ ਮਾਨਸਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹੈ। ਔਰ ਅੱਜ ਖੁਸ਼ੀ ਦੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦਾ ਨਾਮ ਜਿਹੜਾ ਹੈ ਉਹ ਸਿੱਧੂ ਮੂਸੇਵਾਲੇ ਕਰਕੇ ਜਾਣਿਆ ਜਾਂਦਾ ਹੈ ਵੀ ਸਿੱਧੂ ਮੂਸੇਵਾਲਾ ਮਾਨਸਾ ਦਾ ਹੈ, ਮਾਨਸਾ ਜ਼ਿਲ੍ਹੇ ਤੋਂ ਬਿਲੋਂਗ ਕਰਦਾ ਹੈ। ਅੱਜ ਲੋੜ ਹੈ ਲਹਿਲ ਸਾਹਿਬ ਨੌਜਵਾਨਾਂ ਦੇ ਹੱਥ ਕਮਾਂਡ ਦੇਣ ਦੀ। ਜੀ ਬਿਲਕੁਲ ਲੋੜ ਹੈ ਨੌਜਵਾਨਾਂ ਨੂੰ ਅੱਗੇ ਲਾਉਣ ਦੀ, ਕਿਉਂਕਿ ਨੌਜਵਾਨਾਂ ਦੀ ਨਵੀਂ ਸੋਚ ਹੈ, ਨੌਜਵਾਨਾਂ ਵਿੱਚ ਕਰੰਟ ਹੈ, ਇਹਨਾਂ ਦਾ ਖੂਨ ਗਰਮ ਹੈ। ਠੀਕ ਹੈ ਨਾ, ਗੱਲ ਇਹ ਨਹੀਂ ਹੈ ਇਕੱਲੇ ਬੰਦੂਕਾਂ ਵਾਲੇ ਜਾਂ ਗਾਣੇ ਗਾਉਂਦਾ। ਠੀਕ ਹੈ ਨਾ, ਔਰ ਸਿੱਧੂ ਮੂਸੇਵਾਲੇ ਨੂੰ ਬਦਨਾਮ ਵੀ ਉਹਨਾਂ ਲੋਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਲੋਕ ਇਹਦੀ ਪ੍ਰੋਗਰੈਸ ਤੋਂ ਮੱਚਦੇ ਸੀ, ਸੜਦੇ ਸੀਗੇ ਵੀ ਇੰਨੀ ਯਾਰ 20-22 ਸਾਲ ਦੀ ਉਮਰ ਦੇ ਵਿੱਚ ਮੁੰਡੇ ਨੇ ਇੰਨੀ ਤਰੱਕੀ ਕਿਵੇਂ ਕਰ ਲਈ। ਸੋ ਜਦੋਂ ਆਪਾਂ ਮੈਦਾਨ 'ਚ ਨਿਕਲਦੇ ਹਾਂ ਤਾਂ ਸਾਡੀ ਤਾਰੀਫ ਕਰਨ ਵਾਲੇ ਘੱਟ ਹੁੰਦੇ ਨੇ, ਸਾਡੇ ਬੇੜੀਆਂ 'ਚ ਬੱਟੇ ਪਾਉਣ ਵਾਲੇ ਵੱਧ ਹੁੰਦੇ ਨੇ। ਸੋ ਜਦੋਂ ਪਹਿਲਾਂ ਉਹ ਐਜ਼ ਏ ਸਿੰਗਰ ਵਿਚਰਦਾ ਸੀ, ਹੁਣ ਉਹਨੇ ਹਾਰ ਪਵਾ ਲਏ, ਹੁਣ ਉਹ ਕਾਂਗਰਸ ਦਾ ਬੰਦਾ ਬਣ ਗਿਆ। ਹੁਣ ਜਦੋਂ ਉਹ ਮਾਨਸਾ ਦੇ ਵਿੱਚ ਪ੍ਰਵੇਸ਼ ਕਰੂਗਾ, ਉਹੀ ਬੰਦੇ ਜਿਹੜੇ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੇ ਸੀ, ਪੋਲੀਟੀਕਲ ਬੰਦੇ, ਉਹ ਹੁਣ ਸਿੱਧੂ ਮੂਸੇਵਾਲੇ ਦਾ ਮੁਕਾਬਲਾ ਕਰਨਗੇ, ਉਹਨੂੰ ਗਾਲਾਂ ਕੱਢਣਗੇ। ਕਿਉਂਕਿ ਕਾਰਨ ਕੀ ਹੈ, ਜਦੋਂ ਇੱਕ ਸਾਫ ਸੁਥਰੀ ਮੱਛੀ ਜਿਹੜੀ ਹੈਗੀ ਹੈ ਉਹ ਤਲਾਅ ਦੇ ਵਿੱਚ ਵੜਦੀ ਹੈ ਤਾਂ ਜਿਹੜੀਆਂ ਕਰਪਟ ਮੱਛੀਆਂ ਹੁੰਦੀਆਂ ਨੇ, ਬੇਈਮਾਨ ਮੱਛੀਆਂ ਹੁੰਦੀਆਂ ਨੇ, ਭ੍ਰਿਸ਼ਟ ਮੱਛੀਆਂ ਹੁੰਦੀਆਂ ਨੇ, ਉਹਨਾਂ ਨੂੰ ਹਬੜਾ ਦਬੜੀ ਮੱਛੀ ਆਉਂਦੀ ਵੀ ਯਾਰ ਇਹ ਆ ਗਿਆ, ਇਹ ਕੁਛ ਨਾ ਕੁਛ ਕਰੂਗਾ। ਸੋ ਆਸਬੰਦ ਨੇ ਮਾਨਸਾ ਦੇ ਲੋਕ ਕਿ ਨੌਜਵਾਨ ਦੇ ਹੱਥ ਜੇ ਬਾਗਡੋਰ ਆਉਂਦੀ ਹੈ ਤਾਂ ਹੋ ਸਕਦਾ ਮਾਨਸਾ ਦਾ ਵਿਕਾਸ ਹੋ ਜੇ। ਵਿਕਾਸ ਕਰਨ ਵਾਸਤੇ ਲਹਿਲ ਸਾਹਿਬ ਫੰਡ ਦੀ ਲੋੜ ਨਹੀਂ ਹੁੰਦੀ, ਨੀਅਤ ਦੀ ਲੋੜ ਹੁੰਦੀ ਹੈ। ਜੇ ਤੁਹਾਡੀ ਨੀਅਤ ਸਾਫ਼ ਹੈ ਨਾ, ਬਿਲਕੁਲ ਜੀ, ਜੇ ਤੁਹਾਡੀ ਨੀਅਤ ਸਾਫ਼ ਹੈ ਤਾਂ ਤੁਸੀਂ ਕੀ ਨਹੀਂ ਕਰਾ ਸਕਦੇ। ਕੀ ਗਲੀਆਂ ਨਹੀਂ ਪੱਕੀਆਂ ਹੋ ਸਕਦੀਆਂ, ਕੀ ਸਕੂਲ ਨਹੀਂ ਵਧੀਆ ਬਣ ਸਕਦੇ, ਕੀ ਨਾਲੀਆਂ ਨਹੀਂ ਪੱਕੀਆਂ, ਕੀ ਸੀਵਰੇਜ ਨਹੀਂ ਪੈ ਸਕਦਾ, ਕੀ ਇੰਡਸਟਰੀ ਨਹੀਂ ਛੋਟੀ ਮੋਟੀ ਆ ਸਕਦੀ। ਮਾਨਸਾ 'ਚ ਸਭ ਕੁਛ ਆ ਸਕਦਾ ਹੈ, ਲੇਕਿਨ ਮਾਨਸਾ ਦੇ ਵਿੱਚ ਸਵਾਏ ਲੀਡਰਾਂ ਨੇ ਆਪਣੀਆਂ ਜੇਬਾਂ ਭਰਨ ਤੋਂ ਤੇ ਲੋਕਾਂ ਨੂੰ ਲੁੱਟਣ ਤੋਂ ਸਿਵਾ ਮਾਨਸਾ ਵਿੱਚ ਕੀਤੇ ਕੱਖ ਨਹੀਂ ਕਿਸੇ ਨੇ। ਇਹ ਤਾਂ ਗਿੱਲ ਸਾਹਿਬ ਸਾਰੇ ਪੰਜਾਬ ਦੀ ਤਰਾਸਦੀ ਹੈ ਜੀ। ਜਿੱਥੋਂ ਵੀ ਬੰਦੇ ਨੋਮੀਨੇਟ ਹੋਏ, ਜਿੱਥੋਂ ਪੱਥੇ ਵੀ ਲੋਕਾਂ ਨੇ ਜਿਹੜੇ ਆਪਣੇ ਨੁਮਾਇੰਦੇ ਚੁਣੇ, ਉਹਨਾਂ ਨੁਮਾਇੰਦਿਆਂ ਸਾਰਿਆਂ ਦਾ ਖਾਸਾ ਇੱਕ ਹੈ। ਮੈਂ ਤੇ ਹਰ ਵਾਰ ਇਹ ਕਹਿਣਾ, ਕਿਰਦਾਰ ਇੱਕ ਹੈ, ਖਾਸਾ ਇੱਕ ਹੈ, ਪਾਲਿਸੀ ਇੱਕ ਹੈ। ਜੇ ਤੁਹਾਡੀ ਰਾਜਨੀਤਿਕ ਪਾਰਟੀ ਕੋਲੇ ਕੋਈ ਪਾਲਿਸੀ ਨਹੀਂ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ? ਜੀ ਕੁਛ ਨਹੀਂ ਕਰ ਸਕਦੇ। ਜਦੋਂ ਕਿ ਸੰਵਿਧਾਨਕ ਤੌਰ ਤੇ ਇਹ ਗੱਲ ਪੱਕੀ ਹੈ ਕਿ 117 ਵਿਧਾਨ ਸਭਾ ਹਲਕਿਆਂ 'ਚ ਜਿਹੜੇ ਵੀ ਨੁਮਾਇੰਦਗੇ ਕਰਦੇ ਆ ਉਹਨਾਂ ਦੇ ਵੰਡ ਕੇ ਉਹਨਾਂ ਨੂੰ ਜਿਹੜਾ ਸਾਡੇ ਖਜ਼ਾਨੇ 'ਚੋਂ ਫੰਡ ਆ ਉਹ ਅਲਾਟ ਕੀਤਾ ਜਾਂਦਾ। ਟੋਟਲੀ ਸੰਵਿਧਾਨ ਜਿੰਨੇ ਵੀ ਸਾਡੇ ਰਾਜ ਮਤਲਬ ਜਿਹੜੇ ਹਲਕੇ ਨੇ, ਵਿਧਾਨ ਸਭਾ ਹਲਕੇ ਨੇ ਜਾਂ ਪਾਰਲੀਮੈਂਟ ਜਿਹੜੇ ਸਾਡੇ ਲੋਕ ਸਭਾ ਹਲਕੇ ਨੇ, ਉਹਨਾਂ ਪਾਰਲੀਮੈਂਟ ਮੈਂਬਰਾਂ ਨੂੰ ਵੀ ਤੇ ਵਿਧਾਨ ਸਭਾ ਹਲਕੇ ਦੇ ਐਮਐਲਏ ਨੂੰ ਵੀ ਇਹ ਫੰਡ ਦਿੱਤੇ ਜਾਂਦੇ ਨੇ। ਦੁੱਖ ਇਸ ਗੱਲ ਦਾ ਹੈ ਕਿ ਉਹ ਫੰਡਾਂ ਦੀ ਜਿਹੜੀ ਵਰਤੋਂ ਹੈ ਉਹ ਗਲਤ ਕੀਤੀ ਜਾਂਦੀ ਹੈ ਔਰ ਕਿਤੇ ਕੀਤੀ ਨਹੀਂ ਜਾਂਦੀ। ਜਦੋਂ ਸਰਟੀਫਿਕੇਟ ਦੀ ਗੱਲ ਆਉਂਦੀ ਹੈ ਨਾ, ਕਲੀਅਰੈਂਸ ਸਰਟੀਫਿਕੇਟ ਦੀ, ਤੇ ਕੁਝ ਫੰਡ ਜਿਹੜੇ ਨੇ ਉਹ ਵਾਪਸ ਕੀਤੇ ਜਾਂਦੇ ਨੇ। ਜੀ,
ਵਾਪਸ ਚਲੇ ਜਾਂਦੇ ਨੇ। ਇਹੀ ਐਮਐਲਏ ਵਿਧਾਨ ਸਭਾ ਵਾਲੇ ਇਹ ਆਪਣੀ ਹਾਜ਼ਰੀ ਵਿਧਾਨ ਸਭਾ ਦੇ ਸੈਸ਼ਨਾਂ 'ਚ ਨਹੀਂ ਦਿੰਦੇ ਔਰ ਉੱਥੋਂ ਦਾ ਕਲੇਮ ਕਰਦੇ ਨੇ ਸਾਰਾ ਜਿਹੜਾ TADA। ਸਵਾਲ ਇਹ ਗੱਲ ਦਾ ਵੀ ਜਦ ਤੱਕ ਰਾਜਨੀਤਿਕ ਪਾਰਟੀ ਜਿਹਨੂੰ ਅਸੀਂ ਚੁਣਿਆ, ਜਿਸ ਕਾਂਗਰਸ ਪਾਰਟੀ ਨੂੰ ਆਪਾਂ ਚੁਣਿਆ, ਕਿ ਉਸ ਕਾਂਗਰਸ ਪਾਰਟੀ ਦਾ ਪਿਛਲਾ 70 ਸਾਲ ਦਾ ਇਤਿਹਾਸ ਕੀ ਹੈ ਜੀ। ਅਸੀਂ ਬੇਸਿਕਲੀ ਇਸ ਗੱਲ ਤੇ ਲੜਾਈ ਲੜਦੇ ਹਾਂ ਵੀ ਜਿਸ ਪਾਰਟੀ ਦਾ ਕਿਰਦਾਰ ਇਦਾਂ ਦਾ, ਨੀਤ ਇਦਾਂ ਦੀ ਹੈ, ਉੱਤੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਤੁਸੀਂ ਉਹਨਾਂ ਦਾ ਮੁਕਾਬਲਾ ਕਰਨਾ ਬੜਾ ਔਖਾ ਹੈ। ਮੈਂ ਤਾਂ ਖੁਦ ਵੀ ਕਹਿੰਦਾ ਵੀ ਜਿੰਨੋਂ ਤੱਕ ਜਵਾਨੀ ਜਿਹੜੀ ਹੈ ਉਹ ਸਹੀ ਰਸਤੇ ਤੇ ਨਹੀਂ ਆ ਜਾਂਦੀ, ਸਾਡਾ ਨੌਜਵਾਨ ਪੀੜ੍ਹੀ ਇਹ ਮੋਬਾਈਲਾਂ ਦਾ, ਇਹ ਹੋਰਨਾਂ ਦਾ, ਸੋਸ਼ਲ ਮੀਡੀਆ ਦਾ ਖਹਿੜਾ ਛੱਡ ਕੇ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕਰਦੇ, ਜਦ ਤੱਕ ਸਮਝਦਾਰੀ ਨਹੀਂ ਕਰਦੇ ਤਦ ਤੱਕ ਇਹ ਮਸਲੇ ਹੱਲ ਨਹੀਂ ਹੋਣੇ। ਔਰ ਹਮੇਸ਼ਾ ਹੀ ਜਿੰਨੀਆਂ ਵੀ ਲੜਾਈਆਂ ਲੜੀਆਂ ਗਈਆਂ ਇਹਨਾਂ 'ਚ ਸਭ ਤੋਂ ਜ਼ਿਆਦਾ ਜੋਸ਼ ਤੇ ਹੋਸ਼ ਜਵਾਨਾਂ ਨੇ, ਨੌਜਵਾਨਾਂ ਨੇ ਰੋਲ ਅਦਾ ਕੀਤਾ। ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਭਗਤ ਸਿੰਘ ਹੋਣਾ ਨੇ, ਕਰਤਾਰ ਸਰਾਭੇ ਹੋਣਾ ਨੇ, ਊਧਮ ਸਿੰਘ ਹੋਣਾ ਨੇ, ਉਹ ਜਵਾਨ ਸੀ, ਉਹਨਾਂ ਦਾ ਬਹੁਤ ਵੱਡਾ ਰੋਲ ਸੀ। ਸੋ ਇਸ ਕਰਕੇ ਇਹ ਉਸ ਧਰਤੀ ਵਾਲੇ ਪਾਸੇ ਉਹਨੂੰ ਸਾਰੇ ਜਿੱਥੇ ਕਹਿੰਦੇ ਹੁੰਦੇ ਸੁਨਾਮ ਵਰਗਿਆਂ ਨੇ ਆਪਣੀ ਜਿਹੜੀ ਆ ਉਹ ਊਧਮ ਸਿੰਘ ਹੋਣਾ ਨੇ ਜਿਹੜਾ ਉਹ ਕੁਰਬਾਨੀਆਂ ਦਿੱਤੀਆਂ ਨੇ। ਸੋ ਸਵਾਲ ਇਹ ਨਹੀਂ ਵੀ ਨੌਜਵਾਨ ਪੀੜ੍ਹੀ ਜਿਹੜੀ ਆ ਉਹਦਾ ਆਧਾਰ ਕਿਸ ਪਾਸੇ ਨੂੰ ਜਾ ਰਹੀ ਆ, ਅਸੀਂ ਉਸ ਪਾਸੇ ਤੋਂ ਲਿਆ ਕੇ ਰਾਜਨੀਤਿਕ ਲੋਕਾਂ ਦੇ ਇਸ ਗੰਦ ਨੂੰ ਸਾਫ਼ ਕਰਾਉਣ ਲਈ ਉਹਨਾਂ ਦੀ ਰਿਸਪੌਂਸਿਬਿਲਟੀ ਫਿਕਸ ਕਰਨੀ ਹੁੰਦੀ ਹੈ। ਸੋ ਇਸ ਕਰਕੇ ਜੇ ਆਪਾਂ ਕਿਸੇ ਵੀ ਰਾਜਸੀ ਪਾਰਟੀ ਨੂੰ ਜੁਆਇਨ ਕੀਤਾ ਤੇ ਉਸ ਰਾਸ਼ਟਰੀ ਪਾਰਟੀ ਦੇ ਅੰਦਰ ਬਹੁਤ ਵੱਡੇ ਉਹ ਫਸੇ ਹੋਏ ਨੇ ਜਿਨ੍ਹਾਂ ਨੇ ਉੱਤੇ ਕਬਜ਼ਾ ਕੀਤਾ ਹੋਇਆ, ਜਿਹੜੇ ਇਹਦੇ 'ਚ ਸੁਧਾਰ ਕਰਨਾ ਚਾਹੁੰਦੇ ਹੀ ਨਹੀਂ, ਉਹਨਾਂ ਨਾਲ ਲੜਾਈ ਲੜਨੀ ਬਹੁਤ ਵੱਡੀ ਹੈ। ਬਹੁਤ ਬੰਦੇ ਤਾਂ ਇਸ ਗੱਲ ਹੀ ਹੌਸਲਾ ਹੀ ਛੱਡ ਜਾਂਦੇ ਨੇ ਵੀ ਮੈਂ ਕੀ ਲੈਣਾ, ਵੀ ਮੈਂ MLA ਬਣ ਗਿਆ, ਮੈਂ ਆਪਣਾ ਕੋਈ ਬੰਦਾ ਭਰਤੀ ਕਰਾਊਂਗਾ, ਮੈਂ ਕੋਈ ਨਿੱਜੀ ਕੰਮ ਕਰਾ ਲੂੰਗਾ, ਮੈਨੂੰ ਫੰਡ ਆਉਂਦੇ, ਮੈਂ DO ਨਾਲ BO ਨਾਲ ਰਲ ਕੇ ਫੰਡਾਂ 'ਚ ਜਿਹੜਾ ਕੁਝ ਆਪਣਾ ਘਰ ਸਵਾਰ ਲੂੰਗਾ। ਤੁਸੀਂ 70 ਸਾਲ 'ਚ ਵੇਖਿਆ ਹੀ ਹੈ, ਉਹ MLA ਕਿ ਦੱਸੋ ਅੱਜ ਤੱਕ ਉਂਗਲਾਂ ਤੇ ਗਿਣਨ ਵਾਲਾ ਜਿਹੜਾ ਇੱਕ ਵਾਰ MLA ਬਣਿਆ ਹੋਵੇ ਉਹਦੇ ਘਰ ਕੋਠੀ ਨਾ ਹੋਵੇ, ਉਹਦੀ ਜ਼ਮੀਨ ਜਾਇਦਾਦ ਨਾ ਹੋਵੇ, ਉਹਦੀ ਟਰਾਂਸਪੋਰਟ ਨਾ ਹੋਵੇ, ਉਹਦੇ ਕੋਲੇ ਕੋਈ ਠੇਕੇ ਨਾ ਹੋਣ, ਕੋਈ ਇਹੋ ਜਿਹਾ ਹੈ? ਇੱਕ ਵੀ ਗਿਣ ਕੇ ਵਿਖਾ ਦਿਓ। ਅੱਜ ਮੂਸੇਵਾਲੇ ਦੀ ਟੋਟਲ ਮੈਂ ਕਹਿੰਦਾ ਜੁਆਇਨ ਕੀਤਾ, ਅੱਜ ਦੀ ਉਹਦੀ ਜਿਹੜੀ ਉਹ ਨੋਮੀਨੇਸ਼ਨ ਭਰੇਗਾ ਚੱਲ ਤੇ ਚੱਲ ਜਾਇਦਾਦ ਦਾ, ਇਹਦਾ 5 ਸਾਲਾਂ ਬਾਅਦ ਹਿਸਾਬ ਮੰਗਿਓ ਕਿੱਥੇ ਜਾਂਦੀ ਹੈ। ਸੋ ਸਾਡੇ ਲੋਕ, ਮੈਂ ਕੱਲੇ ਉਹਦੇ ਮਗਰ ਨਹੀਂ ਗੱਲ ਕਰਦਾ, ਨਹੀਂ ਮੈਂ ਇੱਕ ਮਿਸਾਲ ਦੇ ਰਿਹਾ, ਮੈਂ ਮਿਸਾਲ ਨਹੀਂ ਮੈਂ ਬਾਕੀਆਂ ਦੀ ਵੀ ਗੱਲ ਕਰਦਾ। ਸਾਡੇ ਚਲੋ ਇੱਥੇ ਜਾਣਦੇ ਆ, ਸਾਡੇ ਸਿਹਤ ਮੰਤਰੀ ਸੀ ਸਿੱਧੂ ਹੋਣੀ ਜਾਂ ਦੂਜੇ ਸੀ, ਮੈਂ ਇਹ ਨਹੀਂ ਗੱਲ ਕਰਦਾ, ਮੈਂ ਰਾਜਨੀਤਿਕ ਲੋਕਾਂ ਦੇ ਨਾਂ ਦੀ ਗੱਲ ਨਹੀਂ ਕਰਦਾ। ਲੈਲ ਸਾਹਿਬ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਮੈਂ ਕਹਿੰਦਾ ਠੀਕ ਹੈ ਬੰਦੇ ਉਹ ਵੀ ਯੋਧੇ ਵੀ ਹੈਗੇ ਨੇ, ਪਰ ਸਵਾਲ ਤੇ ਇਹ ਗੱਲ ਦਾ ਵੀ ਜਿਹੜੇ ਅੱਜ ਦੇ ਹੁਣ ਜਿਹੜਾ ਇਸ ਵੇਲੇ ਜਿਹੜੇ ਬੰਦੇ ਕਿਸੇ ਪਾਰਟੀ ਨੂੰ ਜੁਆਇਨ ਕਰਦੇ ਨੇ ਉਹ ਹਾਲਾਤ ਵੇਖ ਕੇ ਕਰਦੇ ਨੇ ਜੀ, ਮੌਸਮ ਵੇਖ ਕੇ ਕਰਦੇ ਨੇ। ਚਲੋ ਆਪਾਂ ਥੋੜਾ ਜਿਹਾ ਉਹਨਾਂ ਦੇ ਪਿੱਛੇ ਰਾਜਨੀਤਿਕ ਜਿਹੜੀ ਸੂਝ ਹੈ ਉਹ ਨਹੀਂ ਹੈ ਜੀ, ਉਹਦੇ ਵਿੱਚ ਲਾਲਚ ਵਸ ਹੈ। ਹੁਣ ਕੱਲ ਨੂੰ ਹੈ ਕੀ ਭਰੋਸਾ, ਕੱਲ ਨੂੰ ਕਿਹਦੀ ਪੱਗ ਫੇਰ ਕੱਲ ਨੂੰ ਰੱਖਣ ਵਾਲੀ ਹੈ। ਔਰ ਬਹੁਤ ਤਿਆਰੀਆਂ ਅੱਜ ਹੋ ਰਹੀਆਂ ਨੇ ਨਵੇਂ ਬੰਦੇ ਜੁਆਇਨ ਹੋਣ ਲਈ, ਬਹੁਤ ਤਿਆਰੀਆਂ ਹੋ ਰਹੀਆਂ ਨੇ ਇੱਕ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਚ ਆਉਣ ਲਈ। ਅਜੇ ਤਾਂ ਇਹ ਡਿਸਾਈਡ ਨਹੀਂ ਹੋ ਰਿਹਾ ਵੀ ਕਾਂਗਰਸ ਦੇ ਵਿੱਚ ਜਿਹੜੇ ਅੱਜ ਬਹੁਤ ਵੱਡੇ ਅਹੁਦਿਆਂ ਤੇ ਬੈਠੇ ਨੇ, ਬਹੁਤ ਵੱਡੇ ਅਹੁਦੇ ਮੱਲੀ ਬੈਠੇ ਨੇ, ਸਵੇਰ ਨੂੰ ਉਹ ਕਾਂਗਰਸ 'ਚ ਰਹਿਣੇ ਕਿ ਨਹੀਂ ਰਹਿਣੇ ਜੀ। ਲੈਲ ਸਾਹਿਬ ਆਪਾਂ ਥੋੜਾ ਜਿਹਾ ਨਾ ਸੈਗਮੈਂਟ ਚੇਂਜ ਕਰਦੇ ਆ। ਸੋ ਮੈਂ ਬਹਿਸ ਦਾ ਵਿਸ਼ਾ ਠੀਕ ਹੈ ਲੰਬਾ ਲੈ ਗਿਆ, ਇੱਕ ਤੇ ਕੇਂਦਰਿਤ ਕਰ ਲਿਆ। ਮੈਂ ਉਹਦੀ ਸੂਝ ਤੇ ਸਿਆਣਪ ਦੀ ਗੱਲ ਕਰਦਾ ਵੀ ਜਿੰਨੇ ਵੀ ਬੰਦੇ ਅੱਜ ਕੱਲ੍ਹ ਪਾਰਟੀਆਂ ਇੱਕ ਛੱਡ ਕੇ ਦੂਜੀ ਦਾ ਪੱਲਾ ਫੜਦੇ ਨੇ ਉਹ ਸਿਧਾਂਤਕ ਤੌਰ ਤੇ ਨਹੀਂ ਫੜਦੇ, ਉਹਨਾਂ ਦਾ ਕੋਈ ਸਿਧਾਂਤ ਨਹੀਂ ਹੁੰਦਾ, ਉਹ ਬੰਦਿਆਂ ਦੀ ਕੋਈ ਸੋਚ ਨਹੀਂ ਹੁੰਦੀ। ਲੈਲ ਸਾਹਿਬ ਪਤਾ ਕੀ ਗੱਲ ਹੈ, ਉਹ ਸਿਰਫ ਤੇ ਸਿਰਫ ਲਾਲਚ ਵਸ ਹੋ ਕੇ ਵੀ ਮੈਨੂੰ ਇਧਰੋਂ ਕੁਝ ਨਹੀਂ ਮਿਲਿਆ ਮੈਂ ਇਧਰ ਚੱਲ। ਤੁਹਾਡੀ ਕੋਠੀ ਵਾਲੀ ਗੱਲ ਕਲੀਅਰ ਕਰ, ਤੁਹਾਡੀ ਕੋਠੀ ਵਾਲੀ ਗੱਲ ਕਲੀਅਰ ਕਰਦਿਆਂ ਮੈਂ। ਸੋ ਇਹ ਹੈ, ਹੋਰ ਕੋਈ ਨਹੀਂ। ਮੇਰੀ ਗੱਲ ਤਾਂ ਸੁਣ ਲਓ, ਹੱਥ ਬੰਨ ਕੇ ਬੇਨਤੀ ਹੈ, ਤੁਹਾਡੀ ਕੋਠੀ ਵਾਲੀ ਗੱਲ ਮੈਂ ਕਲੀਅਰ ਕਰਦਿਆਂ। ਸਿੱਧੂ ਮੂਸੇਵਾਲੇ ਨੇ ਪਹਿਲੇ ਮਹਿਲ ਪਾ ਲਿਆ ਆਪਦਾ, ਹਾਲੇ ਉਹ ਇਲੈਕਸ਼ਨ ਦੇ ਤਾਂ ਚਲੋ ਸ਼ਾਮਲ ਤਾਂ ਉਹ ਅੱਜ ਹੋਇਆ ਹੈ। ਇਸ ਕਰਕੇ ਜੇ ਕੋਈ ਬੰਦਾ ਕੱਲ ਨੂੰ ਇਹ ਕਹੇ ਨਾ ਵੀ MLA ਬਣਨ ਤੋਂ ਬਾਅਦ ਜੀ ਤੁਹਾਨੂੰ ਮਹਿਲਾ ਵਾਲੇ ਪਸੰਦ ਨੇ, ਕੁੜੀਆਂ ਵਾਲਿਆਂ ਦੀ ਗੱਲ ਕਰੋ, ਕੁੜੀਆਂ ਦੀ, ਅਸੀਂ ਤਾਂ ਕੁੜੀਆਂ ਵਾਲੇ ਆ। ਮੇਰੀ ਗੱਲ ਤਾਂ ਹੋ ਜਾਣ ਦਿਓ। ਲੈਲ ਸਿੱਧੂ ਮੂਸੇਵਾਲੇ ਨੇ ਪਹਿਲਾਂ ਕੋਠੀ ਬਹੁਤ ਵੱਡੀ ਪਾ ਲਈ ਹੈ, ਔਰ ਪੂਰੇ ਇਲਾਕੇ ਦੇ ਵਿੱਚ ਐਡੀ ਵੱਡੀ ਕੋਠੀ ਬੰਗਲੋ ਨਹੀਂ ਹੈ ਜਿੱਦਾਂ ਸਿੱਧੂ ਮੂਸੇਵਾਲੇ ਨੇ ਪਾ ਲਿਆ। ਔਰ ਇਸੇ ਕਰਕੇ ਕੋਈ ਬੰਦਾ ਉਹਨੂੰ ਇਹ ਨਹੀਂ ਕਹਿ ਸਕਦਾ ਕਿ MLA ਬਣਨ ਤੋਂ ਬਾਅਦ ਸਿੱਧੂ ਮੂਸੇਵਾਲੇ ਨੇ ਮਹਿਲ ਪਾ ਲਿਆ। ਸੋ ਮਹਿਲ ਉਹਨੇ ਪਹਿਲਾਂ ਹੀ ਪਾ ਲਿਆ, ਹਲੇ ਉਹ ਪੋਲੀਟੀਕਲ ਅੱਜ ਸ਼ਾਮਲ ਹੋਇਆ। ਸੋ ਮੇਰਾ ਕੰਮ ਹੈ ਵੀ ਸਾਡਾ ਛੋਟਾ ਭਰਾ
ਵੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਡਾ ਛੋਟਾ ਭਰਾ ਤਰੱਕੀ ਕਰੇ, ਹੈ ਨਾ। ਇਕੱਲੀ ਗਾਇਕੀ ਦੇ ਵਿੱਚ ਚਲੋ ਹੰਬੜਾ ਮਾਰ ਲਿਆ, ਗਾਇਕੀ 'ਚ ਕਾਮਯਾਬ ਵੀ ਹੋ ਗਿਆ, ਫੈਨ ਫੋਲੋਇੰਗ ਵੀ ਉਹਦੀ ਬਹੁਤ ਹੋ ਗਈ। ਪਰ ਮੈਂ ਇੱਕ ਚੀਜ਼ ਸਿੱਧੂ ਮੂਸੇਵਾਲੇ ਨੂੰ ਜ਼ਰੂਰ ਪਰਸਨਲੀ ਸਲਾਹ ਦੇਵਾਂਗਾ ਵੀ ਮਿਹਨਤ ਕਰ, ਆਪਣੇ ਇਲਾਕੇ 'ਚ ਮਿਹਨਤ ਕਰਨ ਦੀ ਲੋੜ ਹੈ। ਇਹਨੂੰ ਹਲਕੇ 'ਚ ਨਾ ਲੈ ਲਿਓ ਕਿ ਸਿੱਧੂ ਮੂਸੇਵਾਲਾ ਹੈ ਤਾਂ ਤੁਹਾਡੇ ਪਿੱਛੇ ਯੰਗ ਜਨਰੇਸ਼ਨ ਬਹੁਤ ਜ਼ਿਆਦਾ ਹੈ ਤਾਂ ਤੁਹਾਨੂੰ ਵੋਟਾਂ ਪੈ ਜਾਣਗੀਆਂ। ਵੋਟਾਂ ਦਾ ਕਨਸੈਪਟ ਇੱਕ ਵੱਖਰਾ ਹੈ, ਡਿਫਰੈਂਟ। ਜੀ ਬਿਲਕੁਲ ਬਿਲਕੁਲ ਸਹੀ ਰਿਸ਼ਤਾ 'ਚ ਆਏ ਹੋ ਤੁਸੀਂ। ਗੁਰਪ੍ਰੀਤ ਘੁੱਗੀ ਵੀ ਖੜਾ ਹੋਇਆ ਸੀ, ਉਹ ਹਾਰ ਗਿਆ ਸੀ, ਠੀਕ ਹੈ। ਬੜੇ ਸਿੰਗਰ ਖੜੇ ਹੁੰਦੇ ਨੇ, ਉਹ ਹਾਰ ਜਾਂਦੇ ਨੇ। ਕਿਸੇ ਟਾਈਮ ਕੁਲਦੀਪ ਮਾਨਕ ਵੀ ਖੜਾ ਹੋਇਆ ਸੀ, ਚੋਣ ਨਿਸ਼ਾਨ ਟੈਲੀਵਿਜ਼ਨ ਸੀ ਉਹਦਾ, ਮੈਂ ਬਹੁਤ ਛੋਟਾ ਜਿਹਾ ਸੀ ਉਦੋਂ, ਉਹ ਵੀ ਹਾਰ ਗਿਆ ਸੀ। ਰਾਜਨੀਤਿਕ ਜਿਹੜੀ ਸੂਝ ਹੋਣੀ ਜ਼ਰੂਰੀ ਹੈ। ਜਦੋਂ ਕਿ ਕੁਲਦੀਪ ਮਾਨਕ ਦਾ ਬਹੁਤ ਜ਼ਿਆਦਾ ਜ਼ੋਰ ਸੀ, ਕੁਲਦੀਪ ਮਾਨਕ ਵਰਗਾ ਗਵਈਆ ਨਹੀਂ ਹੋ ਸਕਦਾ। ਹੰਸਰਾਜ ਨੂੰ ਕਿਸੇ ਨੇ ਮੂੰਹ ਨਹੀਂ ਲਾਇਆ ਇੱਥੇ। ਹੰਸਰਾਜ ਵੀ 2 ਵਾਰ ਹਾਰ ਗਿਆ ਸੀ, ਲੇਕਿਨ ਸਰਦੂਲ ਆਪਣਾ ਸਿਕੰਦਰ ਉਹ ਵੀ ਹਾਰ ਗਿਆ ਸੀ। ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਇਕੱਲੀ ਫੈਨ ਫੋਲੋਇੰਗ ਵੋਟਾਂ ਨਹੀਂ ਪਵਾ ਸਕਦੀ। ਵੋਟਾਂ ਵਾਸਤੇ ਇੱਕ ਪਾਰਟੀ ਦੇ ਨੁਮਾਇੰਦੇ ਚਾਹੀਦੇ ਨੇ, ਉਹ ਹੁੱਲੜਬਾਜ਼ ਨਹੀਂ ਹੁਣ ਤੁਹਾਨੂੰ ਚਾਹੀਦੇ। ਜਿਹੜੇ ਤੁਸੀਂ ਗੀਤਾਂ ਦੇ ਵਿੱਚ ਹੁੱਲੜਬਾਜ਼ ਲੈਂਦੇ ਹੋ ਵੀ ਡੈਕ ਤੇ ਨੱਚ ਲੈ ਜਾਂ ਡੀਜੇ ਤੇ ਨੱਚ ਲੈ, ਜੇ ਤੁਸੀਂ ਤੁਹਾਡੇ ਤੱਕ ਮੇਰਾ ਪ੍ਰੋਗਰਾਮ ਪਹੁੰਚਦਾ ਹੋ ਜੇ ਤਾਂ ਮੇਰੀ ਤੁਹਾਨੂੰ ਇਹ ਹੱਥ ਬੰਨ੍ਹ ਕੇ ਤਾਕੀਦ ਹੈ ਵੀ ਹੁੱਲੜਬਾਜ਼ਾਂ ਨੇ ਤੁਹਾਨੂੰ ਨਹੀਂ ਜਿਤਾਉਣਾ। ਤੁਹਾਨੂੰ ਜਿਤਾਉਣਗੇ ਉਹ ਲੋਕ ਜਿਹੜੇ ਸੂਝਵਾਨ ਲੋਕ ਨੇ, ਜਿਹੜੇ ਪੋਲੀਟੀਕਲ ਲੋਕ ਨੇ। ਹੁਣ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ, ਹੁਣ ਟਿਕਟ ਮੰਨ ਲਓ ਤੁਹਾਨੂੰ ਮਿਲ ਗਈ ਤਾਂ ਤੁਹਾਡਾ ਇਹ ਨਾ ਸੋਚੋ ਕਿ ਤੁਹਾਡੇ ਕਾਂਗਰਸੀ ਵਿਰੋਧ ਨਹੀਂ ਕਰਨਗੇ। ਜਿਹੜੇ ਕਾਂਗਰਸ ਪਿਛਲੇ 5-5 10-10 ਸਾਲ ਤੋਂ ਆਸ ਲਾ ਕੇ ਬੈਠੇ ਨੇ, ਟਕਸਾਲੀ ਕਾਂਗਰਸੀ, ਉਹ ਵੀ ਤੁਹਾਡੀ ਮੰਜੀ ਠੋਕਣ ਨੂੰ ਤਿਆਰ ਬੈਠੇ ਨੇ, ਠੀਕ ਹੈ ਨਾ। ਮੰਜੀ ਠੋਕਣ ਨੂੰ ਤਿਆਰ ਬੈਠੇ ਨੇ, ਉਹ ਵੀ ਤੁਸੀਂ ਜਾਓਗੇ ਤਾਂ ਉਹਨਾਂ ਦਾ ਰਵੱਈਆ ਕੁਝ ਹੋਰ ਹੋਣਾ। ਉਹ ਉੱਪਰੋਂ ਕੁਝ ਹੋਰ ਹੋਣਗੇ, ਉੱਪਰੋਂ ਕਹਿਣਗੇ ਸਿੱਧੂ ਮੂਸੇਵਾਲਾ ਅਸੀਂ ਤੇਰੇ ਨਾਲ ਆ, ਪਰ ਅੰਦਰੋਂ ਉਹ ਤੁਹਾਡੀਆਂ ਜੜ੍ਹਾਂ ਵੱਢਣਗੇ। ਉਹ ਤੁਹਾਡੀਆਂ ਵੋਟਾਂ ਉਹੀ ਬੰਦੇ ਖਰਾਬ ਕਰ ਰਹੇ, ਕਹਿੰਦੇ ਘਰ ਦਾ ਭੇਤੀ ਲੰਕਾ ਢਾਏ। ਤੁਹਾਨੂੰ ਹਰਾਉਣ ਦੇ ਵਿੱਚ, ਜਾਂ ਤੁਸੀਂ ਜੇ ਹਾਰਦੇ ਹੋ ਤਾਂ ਤੁਹਾਨੂੰ ਹਰਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਤੁਹਾਡੇ ਕਾਂਗਰਸੀਆਂ ਦਾ ਹੀ ਹੋਊਗਾ। ਗਿੱਲ ਸਾਹਿਬ ਮੈਂ ਇੱਕ ਸੈਕਿੰਡ ਜਾਣਾ ਜੀ ਵੀ ਕੀ ਸਿੱਧੂ ਮੂਸੇਵਾਲਾ ਇਹ ਤੈਅ ਕਰਕੇ ਆਇਆ ਵੀ ਮੈਂ ਐਮਐਲਏ ਹੀ ਬਣਨਾ, ਕਿ ਜਾਂ ਉਹ ਇਹ ਤੈਅ ਕਰਕੇ ਆਇਆ ਕਿ ਮੈਂ ਇਸ ਪਾਰਟੀ 'ਚ ਰਹਿ ਕੇ ਸੁਧਾਰ ਕਰਕੇ ਤੇ ਵਿਕਾਸ ਕਰਾਉਣਾ, ਫਿਰ ਮੈਂ ਸੇਵਾ ਕਰਨੀ ਹੈ। ਗੱਲਾਂ ਦੋ ਨੇ। ਜਿੱਥੇ ਮੇਰੀ ਬਹਿਸ ਦਾ ਵਿਸ਼ਾ ਸੀ, ਜਿਹੜਾ ਮੈਂ ਚਲਾਇਆ ਸੀ ਵੀ ਹਰ ਬੰਦਾ ਜਿਹੜਾ ਹੈ ਉਹ ਸੇਵਾ ਭਾਵਨਾ ਤੇ ਇਸ ਗੰਦ ਨੂੰ ਦੂਰ ਕਰਨ ਵਾਸਤੇ ਜੁਆਇਨ ਕਰਦਾ, ਕਿ ਜਾਂ ਸਿਰਫ ਇੱਕ ਹੀ ਲਾਲਚ ਹੈ ਕਿ ਮੈਂ ਇਲੈਕਸ਼ਨ ਲੜਨੀ ਹੈ ਤੇ ਮੈਂ ਐਮਐਲਏ ਬਣਨਾ ਜੀ। ਜੇ ਤੇ ਉਹਦਾ ਇਹ ਇਸ਼ੂ ਹੈ ਸਿੱਧੂ ਮੂਸੇਵਾਲੇ ਦਾ ਕਿ ਮੈਂ ਇਸ ਸਿਆਸਤ ਨੂੰ ਤਾਂ ਚੁਣਿਆ ਕਿ ਮੈਂ ਇਸ ਵਾਰ 2022 ਦੀ ਇਲੈਕਸ਼ਨ ਫਲਾਣੀ ਪਾਰਟੀ ਤੋਂ ਲੜਨੀ ਹੈ, ਠੀਕ ਹੈ ਜੀ, ਐਮਐਲਏ ਬਣਨਾ, ਫੇਰ ਤਾਂ ਗਲਤ ਹੈ। ਤੇ ਜੇ ਉਹਨੇ ਇਹ ਸੋਚਿਆ ਵੀ ਮੈਂ ਇਸ ਪਾਰਟੀ ਦਾ ਪੱਲਾ ਫੜ ਕੇ ਜੀ ਇਸ ਪਾਰਟੀ ਦੇ ਅੰਦਰ ਸੁਧਾਰ ਕਰਨਾ ਤੇ ਲੋਕਾਂ ਨਾਲ ਜੁੜਨਾ, ਲੋਕਾਂ ਦੀ ਸੇਵਾ ਕਰਨੀ ਹੈ, ਫਿਰ ਇੱਕ ਵੱਖਰਾ ਸਵਾਲ ਹੈ। ਫਿਰ ਉਹ ਆਗੂ ਹੈ, ਫਿਰ ਉਹ ਲੀਡਰ ਹੈ, ਫਿਰ ਉਹ ਵਾਕਈ ਲੋਕਾਂ ਦਾ ਸਤਿਕਾਰਯੋਗ ਬੰਦਾ ਹੈ ਜੀ। ਸੋ ਮੈਂ ਹਰ ਉਸ ਬੰਦੇ ਨੂੰ ਬੇਨਤੀ ਕਰੂੰਗਾ ਜਿਹੜਾ ਬੰਦਾ ਇਹ ਭਾਵਨਾ ਲੈ ਕੇ ਆਉਂਦਾ ਪਾਰਟੀ 'ਚ ਵੀ ਮੈਂ ਉੱਥੋਂ ਇਲੈਕਸ਼ਨ ਲੜਨੀ ਆ, ਮੈਂ ਲੀਡਰ ਬਣਨਾ। ਲੀਡਰ ਬਣਨ ਵਾਸਤੇ ਪੱਕੀ ਗੱਲ ਮਨ ਦੇ ਅੰਦਰ ਲਾਲਸਾ ਹੁੰਦੀ ਹੈ ਜੀ, ਤੇ ਇਹ ਲਾਲਸਾ ਜੇ ਸਿੱਧੂ ਮੂਸੇਵਾਲੇ ਦੇ ਅੰਦਰ ਹੈ ਤੇ ਉਹ ਗਲਤ ਹੈ। ਮੈਂ ਇਸ ਕਰਕੇ ਇਸ ਗੱਲ ਨੂੰ ਸ਼ੁਰੂ ਕੀਤਾ ਵੀ ਹਰ ਬੰਦਾ ਰਾਜਸੀ ਪਾਰਟੀ ਦੇ ਵਿੱਚ ਇਹਨਾਂ ਦਿਨਾਂ 'ਚ ਜਿਹੜਾ ਬੰਦਾ ਜੁਆਇਨ ਕਰੇਗਾ ਉਹ ਲਾਲ ਸਵੱਛ ਹੋਏਗਾ। ਪਰ ਇਹ ਕੀ ਗਰੰਟੀ ਹੈ ਜੀ ਕਿ ਮੂਸੇਵਾਲੇ ਨੂੰ ਇਹ ਕਾਂਗਰਸ ਟਿਕਟ ਦੇਗੀ ਕਿ ਨਹੀਂ ਦੇਗੀ? ਅਗਰ ਟਿਕਟ ਨਹੀਂ ਦਿੱਤੀ ਤੇ ਕੀ ਇਹ ਛੱਡ ਜਾਣਗੇ, ਇਹ ਰਿਜ਼ਾਈਨ ਕਰ ਜਾਣਗੇ ਜੀ? ਜੇ ਕੇਜਰੀਵਾਲ ਨੇ 2 ਬੰਦੇ ਜੁਆਇਨ ਕਰਾ ਲਏ ਬਾਹਰਲੇ ਕਾਂਗਰਸ ਤੋਂ, ਉਹਨਾਂ ਨੂੰ ਟਿਕਟ ਨਾ ਮਿਲੀ ਤਾਂ ਛੱਡ ਜਾਣਗੇ ਜੀ। ਇਹ ਗੱਲ ਪੱਕੀ ਹੈ, ਇਹ ਛੱਡ ਜਾਣਗੇ। ਇਹ ਕਹਿ ਦੇਣਗੇ ਅਸੀਂ ਘਰ ਵਾਪਸੀ ਚੱਲੇ ਆ। ਸੋ ਇਹ ਜਿਹੜੀਆਂ ਪਾਰਟੀਆਂ ਜੁਆਇਨ ਕਰਨੀਆਂ, ਪਾਰਟੀਆਂ ਤੇ ਉਹ ਬੰਦੇ ਨੇ ਜਿਹੜੇ ਬੰਦੇ ਸਮਰਪਿਤ ਹੁੰਦੇ ਨੇ ਜੀ। ਮੈਂ ਕੱਲ੍ਹ ਵੀ ਗੱਲ ਕਹੀ ਸੀ ਵੀ ਅਗਰ ਤੁਸੀਂ ਇਲਾਕੇ ਦੀ ਨੁਮਾਇੰਦਗੀ ਦੀ ਕਿਸੇ ਦੀ ਵਾਗਡੋਰ ਫੜਾਉਂਦੇ ਹੋ ਨਾ, ਤੇ ਉਸ ਬੰਦੇ ਨੂੰ ਤੁਹਾਡੇ ਇਲਾਕੇ ਦਾ ਹੋਣਾ ਚਾਹੀਦਾ। ਇਲਾਕੇ ਦਾ ਹੋ ਕੇ ਉਹਨੂੰ ਇਲਾਕੇ ਦੇ ਸਮੱਸਿਆਵਾਂ ਦਾ ਪਤਾ ਹੋਣਾ ਚਾਹੀਦਾ, ਬੋਲੀ ਦਾ ਪਤਾ ਹੋਣਾ ਚਾਹੀਦਾ, ਉਹਨਾਂ ਦੇ ਖਾਣ ਪੀਣ ਰਹਿਣ ਸਹਿਣ ਉਹਨਾਂ ਦੇ ਵਿੱਚ ਵਿਚਰਦਾ ਹੋਣਾ ਚਾਹੀਦਾ। ਉਹਨੂੰ ਪਤਾ ਹੋਵੇ ਮੇਰੇ ਇਲਾਕੇ ਦੇ ਸਕੂਲ ਕਿਹੜੇ ਨੇ, ਹਸਪਤਾਲ ਕਿੰਨੇ ਨੇ, ਬਲਾਕ ਕਿੰਨੇ ਨੇ, ਇੱਥੇ ਸੜਕਾਂ ਕਿੰਨੇ ਕਿਲੋਮੀਟਰ ਬਣਨ ਵਾਲੀਆਂ ਤੇ ਕਿੰਨੀਆਂ ਬਣੀਆਂ ਨੇ, ਇਹਦਾ ਸਾਰਾ ਜਿਹੜਾ ਗਿਆਨ ਹੋਣਾ ਚਾਹੀਦਾ। ਉਸ ਬੰਦੇ ਨੂੰ ਰਾਜਸੀ ਪਾਰਟੀਆਂ ਨੁਮਾਇੰਦਗੀ ਉਹਨੂੰ ਦੇਣ ਜਿਹੜਾ ਉੱਥੋਂ ਦਾ ਰਹਿਣ ਵਾਲਾ ਹੋਵੇ ਜੀ। ਘੱਟੋ ਘੱਟ 5-7 ਸਾਲ ਉਸ ਇਲਾਕੇ 'ਚ ਰਹਿੰਦਾ ਹੋਵੇ। ਪਰ ਇੱਥੇ ਤਾਂ ਹਾਲਤ ਹੀ ਬੜੀ ਵੱਖਰੀ ਹੈ। ਤੁਸੀਂ ਜੁਆਇਨ ਕਰਾਉਂਦੇ ਹੋ ਮਾਨਸੇ 'ਚ, ਹੋ ਸਕਦਾ ਸਿੱਧੂ ਨੂੰ ਬਠਿੰਡੇ ਟਿਕਟ ਦੇ ਦੇਣ ਜਦੋਂ ਕੋਈ ਨੂੰ ਪਤਾ ਹੀ ਕੱਖ ਦਾ ਨਹੀਂ ਹੋਣਾ। ਇਸੇ ਤਰ੍ਹਾਂ ਕੇਜਰੀਵਾਲ ਨੇ ਇੱਥੇ ਬੰਦੇ ਹੋਰ ਵਿਚਰੇ ਸੀ, ਲਿਆ ਕੇ ਗਗਨਮਾਨ ਸ਼ੁਰੂ ਕਰਤੀ। ਮੋਹਾਲੀ ਦੇ ਅੰਦਰ 20 ਸਾਲਾਂ ਤੋਂ ਅਕਾਲੀ ਦਲ ਉਹਨਾਂ ਦੇ ਗਦੇਰਿਆਂ 'ਤੇ ਆਉਂਦਾ,
ਉੱਥੇ ਇੱਕ ਹੋਰ ਵਸਾਤਾ ਲਿਆ ਕੇ। ਸੋ ਸਵਾਲ ਇਹ ਨਹੀਂ, ਸਵਾਲ ਇਸੇ ਗੱਲ ਦਾ ਵੀ ਪਾਰਟੀਆਂ ਉਸ ਸ਼ਖਸੀਅਤ ਨੂੰ ਜਾਂ ਜਿਹਨੂੰ ਆਪਾਂ ਸੈਲੀਬ੍ਰਿਟੀ ਕਹਿੰਦੇ ਆ ਉਹ ਇਸ ਕਰਕੇ ਲਿਆਉਂਦੀਆਂ ਨੇ ਸੀਟ ਜਿੱਤਣ ਵਾਸਤੇ, ਸਿਰਫ ਸੀਟ ਜਿੱਤਣ ਲਈ। ਉਹਨਾਂ ਦਾ ਮਕਸਦ ਵਿਕਾਸ ਵੱਲ ਨਹੀਂ ਹੈ। ਸੋ ਮੈਂ ਇਹ ਗੱਲ ਤਾਂ ਮੂਸੇਵਾਲੇ ਦਾ ਗੱਲ ਕੀਤੀ ਵੀ ਜੇ ਮੂਸੇਵਾਲੇ ਸਿਰਫ ਇਸ ਕਰਕੇ ਹੀ ਇਸ ਪਾਰਟੀ ਨੂੰ ਜੁਆਇਨ ਕੀਤਾ ਕਿ ਮੈਂ MLA ਬਣਨਾ, ਮੈਂ ਟਿਕਟ ਲੈ ਕੇ ਚੋਣ ਲੜਨੀ ਆ, ਤਾਂ ਉਹ ਉਹਦੀ ਧਾਰਨਾ ਗਲਤ ਹੈ। ਸੋ ਇਹ ਧਾਰਨਾ ਆਉਣ ਵਾਲੇ ਬੰਦਿਆਂ ਨੂੰ ਵੀ ਛੱਡ ਦੇਣੀ ਚਾਹੀਦੀ ਹੈ ਤੇ ਰਾਜਸੀ ਪਾਰਟੀਆਂ ਨੂੰ ਇੱਕ ਗੱਲ ਗਿਆਨ ਹੋਣਾ ਚਾਹੀਦਾ ਵੀ ਤੁਸੀਂ ਜਿਸ ਵੀ ਬੰਦੇ ਨੂੰ ਆਪਣੀ ਪਾਰਟੀ ਦੀ ਮੈਂਬਰਸ਼ਿਪ ਲਿਆਉਣੀ ਦਿੰਦੇ ਹੋ, ਘੱਟੋ ਘੱਟ ਉਹਦੀ ਕਰੈਕਟਰ, ਉਹਦਾ ਚਾਲ ਚੱਲਣ, ਉਹਦੇ ਪਿਛਲੇ ਵਰ੍ਹਿਆਂ ਤੋਂ 5-7 ਸਾਲਾਂ ਤੋਂ ਉਹਦੀ ਐਕਟੀਵਿਟੀਜ਼ ਨੋਟ ਕਰਕੇ ਕਿ ਕੀ ਉਹ ਸਮਾਜ ਪ੍ਰਤੀ ਕਿੰਨਾ ਕੁ ਉਹਦਾ ਯੋਗਦਾਨ ਹੈ, ਉਹਨੂੰ ਜੁਆਇਨ ਕਰਾਇਆ ਕਰੋ। ਨਹੀਂ ਤੇ ਆਖਰ ਕੋਟ ਲੋਕਾਂ ਨੂੰ ਕੋਟਾਂ ਕਚਹਿਰੀਆਂ ਦਾ ਸਹਾਰਾ ਲੈ ਕੇ ਇਹਨੂੰ ਡਾਕੂਮੈਂਟ, ਜਿਵੇਂ ਪਹਿਲਾਂ ਕਿਹਾ ਵੀ ਇਹ ਰਾਜਨੀਤਿਕ ਲੋਕਾਂ ਨੂੰ ਜਿਹੜੇ ਦਲ ਬਦਲੂ ਕਾਨੂੰਨ ਹੈ ਨਾ, ਇਹ ਲੀਗਲ ਬਣਾਉਣਾ ਪਏਗਾ, ਲੀਗਲ ਕਰਨਾ ਪਏਗਾ। ਤੁਹਾਡੀਆਂ ਮੂੰਹ ਦੀਆਂ ਕੀਤੀਆਂ ਗੱਲਾਂ ਨੂੰ ਰਿਕਾਰਡ ਕਰਨਾ ਪਏਗਾ, ਤਾਂ ਜਾ ਕੇ ਮਸਲਾ ਹੱਲ ਹੋਏਗਾ। ਸੋ ਇਸ ਕਰਕੇ ਸਾਰੀ ਜਨਤਾ ਨੂੰ, ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਵਿਦੇਸ਼ ਦੇ ਲੋਕਾਂ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ ਸਾਡੀ ਇਹ ਪੁਰ ਅਪੀਲ ਹੈ ਵੀ ਜਦੋਂ ਵੀ ਤੁਸੀਂ ਕਿਸੇ ਨੂੰ ਚੁਣਦੇ ਹੋ ਇਹ ਸੋਚ ਕੇ ਜ਼ਰੂਰ ਚੁਣੋ ਉਹਦਾ ਇਹ ਮਤ ਵੇਖੋ ਵੀ ਉਹ ਇੰਜੀਨੀਅਰ ਹੈ, ਉਹ ਮਤ ਵੇਖੋ ਵੀ ਉਹ ਬੰਦਾ ਐਡਵੋਕੇਟ ਹੈ, ਇਹ ਮਤ ਵੇਖੋ ਸਿੰਗਰ ਹੈ, ਉਹ ਮਤ ਵੇਖੋ ਕੋਈ ਹੋਰ, ਉਹਦੇ ਗੁਣਾਂ ਨੂੰ ਵੇਖੋ ਵੀ ਉਹਦੇ ਗੁਣ ਕਿੰਨੇ ਆ, ਕੀ ਪੰਜਾਬ ਦੇ ਲੋਕਾਂ ਲਈ, ਸਾਡੇ ਲੋਕਾਂ ਲਈ, ਮਨੁੱਖਤਾ ਦੀ ਖਾਤਰ ਉਹਨੇ ਕੀ ਕੁਰਬਾਨੀਆਂ ਕੀਤੀਆਂ। ਲਹਿਲ ਸਾਹਿਬ, ਪਤਾ ਕੀ ਗੱਲ ਹੈ, ਲੀਡਰਾਂ ਦਾ ਕੰਮ ਹੈ ਮੂਰਖ ਬਣਾਉਣਾ, ਹੈ ਨਾ ਜੀ। ਹੁਣ ਤੁਹਾਨੂੰ ਪਤਾ 2 ਦਿਨ ਪਹਿਲਾਂ ਆਪਣਾ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਦਾ ਪੱਲਾ ਫੜ ਲਿਆ। ਹੁਣ ਸੁਖਬੀਰ ਸਿੰਘ ਬਾਦਲ, ਸਾਡੇ ਪੱਤਰਕਾਰ ਜਿਹੜੇ ਭਾਈਚਾਰਾ ਸਾਡਾ ਹੈਗਾ, ਉਹ ਲਿਖ ਰਿਹਾ ਹੈ ਅਕਾਲੀ ਦਲ ਦੀ ਮੰਜੀ ਠੋਕੇ, ਅਕਾਲੀ ਦਲ ਬਰਬਾਦ, ਅਕਾਲੀ ਦਲ ਨੂੰ ਝਟਕਾ। ਮੈਂ ਕਹਿੰਦਾ ਪੱਤਰਕਾਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ, ਤੁਸੀਂ ਕਿਉਂ ਗਲਤ ਖਬਰਾਂ ਲਾਈ ਜਾਂਦੇ ਹੋ? ਅਕਾਲੀ ਦਲ ਦੇ ਕਹਿਣ ਤੇ ਤਾਂ ਮਨਜਿੰਦਰ ਸਿੰਘ ਸਿਰਸਾ ਭਾਜਪਾ 'ਚ ਸ਼ਾਮਲ ਹੋਇਆ, ਅਕਾਲੀ ਦਲ ਨੂੰ ਕਾਹਦਾ ਝਟਕਾ? ਸੁਖਬੀਰ ਸਿੰਘ ਬਾਦਲੇ ਬਿਆਨ ਦੇ ਰਿਹਾ ਹੈ ਕਿ ਭਾਜਪਾ ਨੇ ਡਰਾ ਧਮਕਾ ਕੇ ਮਨਜਿੰਦਰ ਸਿੰਘ ਸਿਰਸਾ ਨੂੰ ਸ਼ਾਮਲ ਕਰਾਇਆ। ਹੁਣ ਜਿੰਨੇ ਵੀਡੀਓ ਵਾਇਰਲ ਹੋਏ ਨੇ, ਜਿੰਨੀਆਂ ਫੋਟੋਆਂ ਵਾਇਰਲ ਹੋਈਆਂ, ਤੁਹਾਨੂੰ ਲੱਗਦਾ ਕਿ ਭਾਜਪਾ ਨੇ ਬੰਦੂਕ ਰੱਖ ਕੇ ਜਾਂ ਪਿਸਤੌਲ ਰੱਖ ਕੇ ਮਨਜਿੰਦਰ ਸਿੰਘ ਸਿਰਸਾ ਨੂੰ ਡਰਾਇਆ ਹੋਵੇ? ਇਹ ਹੋ ਸਕਦਾ ਕਦੇ? ਮਨਜਿੰਦਰ ਸਿੰਘ ਸਿਰਸਾ ਕੰਗਣਾ ਰਣੌਤ ਨੂੰ ਫਸਾਉਣ ਦੀਆਂ ਗੱਲਾਂ ਕਰਦਾ ਸੀ। ਹੁਣ ਕੰਗਣਾ ਰਣੌਤ ਤਾਂ ਉਹਨਾਂ ਦੀ ਭੂਆ ਲੱਗਦੀ ਆ ਭਾਜਪਾ ਵਾਲਿਆਂ ਦੀ। ਹੁਣ ਮਨਜਿੰਦਰ ਸਿੰਘ ਸਿਰਸਾ ਦੀ ਕੀ ਬਣੀ? ਉਹ ਭੈਣ ਦੀ ਭੂਆ ਲੱਗੀ, ਆਪ ਹੀ ਉਧਰ ਚਲ ਗਿਆ। ਮਨਜਿੰਦਰ ਸਿੰਘ ਸਿਰਸਾ ਕਹਿੰਦਾ ਵੀ ਮੈਂ ਦੀਪ ਸਿੱਧੂ ਨੂੰ ਜੇਲ੍ਹ ਚੋਂ ਕਢਾਉਣ ਵਾਸਤੇ, ਸੌਰੀ ਉਹਦੇ ਕੇਸ ਉਹ ਕਰਾਉਣ ਵਾਸਤੇ ਕਾਨੂੰਨੀ ਲੜਾਈ ਲੜੂੰਗਾ। ਚਿਹਰੇ ਨੰਗੇ ਹੋ ਰਹੇ ਨੇ। ਅਕਾਲੀ ਦਲ ਬਿਲਕੁਲ ਚੁੱਪ ਹੈ। ਪ੍ਰੈਸ ਕਾਨਫਰੰਸ ਕਰਤੀ ਹਲਕੀ ਜੀ ਕਿ ਜੀ ਭਾਜਪਾ ਨੇ ਡਰਾ ਲਿਆ। ਤੁਹਾਨੂੰ ਨਾ ਭਾਜਪਾ ਨੇ ਡਰਾ ਲਿਆ, ਗੋਡੇ ਟੇਕ ਨਹੀਂ, ਤੁਹਾਡੇ ਨਾਲ ਬੰਦੂਕ, ਤੁਹਾਡੇ ਨਾਲ ਪਿਸਤੌਲ ਰੱਖਦੀ। ਜੇ ਪਿਸਤੌਲ ਰੱਖ ਕੇ ਗੋਡੇ ਡਰਾ ਧਮਕਾ ਕੇ ਬੰਦੇ ਸ਼ਾਮਲ ਹੁੰਦੇ ਤਾਂ ਅੱਜ ਤਾਂ ਹੁਣ ਉਲਟਾ ਪਲਟਾ ਹੋਇਆ ਹੁੰਦਾ। ਇਹ ਤੁਹਾਡੇ ਯਾਰ, ਤੁਸੀਂ ਮੈਨੂੰ, ਜਨਤਾ ਅੰਨੀ ਹੈ, ਜਨਤਾ ਨੂੰ ਤੁਸੀਂ ਕਿਉਂ ਮੂਰਖ ਬਣਾਇਆ ਹੋਇਆ? ਜਨਤਾ ਪਾਗਲ ਹੈ ਵੀ ਜਨਤਾ ਕੋਈ ਸਮਝਦੀ ਨਹੀਂ। ਚਾਰੇ ਪਾਸੇ ਲਾਹਨਤੀ ਨੂੰ ਲਾਹਨਤੀਆਂ ਪੈ ਰਹੀਆਂ ਨੇ ਵੀ ਉਹ ਸ਼ਾਮਲ ਹੋ ਗਿਆ ਜੀ, ਉਹ ਸ਼ਾਮਲ ਹੋ ਗਿਆ। ਇਸ ਕਰਕੇ ਤੁਸੀਂ ਕਿਰਪਾ ਕਰਕੇ ਜਨਤਾ ਨੂੰ ਮੂਰਖ ਨਾ ਬਣਾਇਆ ਕਰੋ। ਜਨਤਾ ਸਭ ਸਮਝਦੀ ਹੈ, ਜਨਤਾ ਚੁੱਪ ਹੈ। ਜਿਹੜੇ ਗਿੱਲ ਸਾਹਿਬ ਜਿਹੜੇ ਅੱਜ ਕਹਿੰਦੇ ਨਾ ਜੀ ਵੀ ਬੰਦਾ ਜਿਹੜਾ ਪਾਰਟੀ ਛੱਡ ਕੇ ਦੂਜੀ ਪਾਰਟੀ ਚਲ ਗਿਆ, ਗੋਡੇ ਟੇਕ ਗਿਆ, ਇਹਨਾਂ ਦਾ ਕੱਲ ਨੂੰ ਕੀ ਭਰੋਸਾ ਕਿਹੜੇ ਪਾਸੇ ਚਲ ਜਾਣਾ? ਨਹੀਂ, ਮੈਨੂੰ ਸੁਖਬੀਰ ਦਾ ਕੋਈ ਭਰੋਸਾ ਨਹੀਂ। 15-20 ਦਿਨ ਦੇ ਵਿੱਚ ਕਹਿਣਾ ਵੀ ਜੀ ਭਾਜਪਾ ਨੇ ਦਾ ਕੰਮ ਹੀ ਬਹੁਤ ਸੋਹਣਾ ਕੀਤਾ। ਸਵਾਲ ਇਹ ਹੈ ਵੀ ਇੱਕ ਦੂਜੇ ਦੇ ਬਿਆਨਾਂ ਨੂੰ ਆਪ ਹੀ ਕੰਟਰਡਾਈਜ਼ ਕਰਦੇ ਨੇ, ਆਪ ਹੀ ਖੰਡਨ ਕਰਦੇ ਨੇ। ਆਪ ਹੀ ਕੱਲ ਤੱਕ ਮਨਿੰਦਰ ਸਿਰਸਾ ਜੀ ਪਹਿਲਾਂ ਨਵਜੋਤ ਸਿੱਧੂ ਨੂੰ ਜਾਂ ਹੋਰਨਾਂ ਨੂੰ ਪਾਰਟੀਆਂ ਬਦਲਣ ਦੇ ਉੱਤੇ ਨਸੀਹਤਾਂ ਦਿੰਦਾ ਰਿਹਾ, ਉਹਨਾਂ ਨੂੰ ਗਦਾਰ ਕਹਿੰਦਾ ਰਿਹਾ, ਕਈ ਸ਼ਬਦ ਬੋਲਦਾ ਰਿਹਾ। ਅੱਜ ਉਹ ਆਪ ਚਲ ਗਿਆ। ਕਦੇ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦਾ ਰਿਹਾ ਦੂਜਿਆਂ ਨੂੰ, ਟੌਂਚਾਂ ਲਾ ਕੇ ਉਹ ਆਪ ਹੀ ਛੱਡ ਕੇ ਭਾਜਪਾ ਇੱਧਰ ਆ ਗਿਆ। ਸੋ ਇਹ ਇੱਕ ਰਾਜਨੀਤਿਕ ਲੋਕਾਂ ਨੂੰ ਉਹਨਾਂ ਦੇ ਮੂੰਹ ਚੋਂ ਨਿਕਲੀ ਗੱਲ ਜਿਹੜੀ ਆ ਦੂਜੇ ਨੂੰ ਯਕੀਨ ਹੀ ਨਹੀਂ। ਆ 4-5 ਗਰੰਟੀਆਂ ਕੱਲ ਉਹਨੇ ਕੇਜਰੀਵਾਲ ਦੇ ਗਿਆ। ਹੁਣ ਕੇਜਰੀਵਾਲ ਨੂੰ ਕੰਡੈਮ ਕਰਨ ਵਾਸਤੇ ਉਹ ਦਿੱਲੀ ਦੀਆਂ ਗੱਲਾਂ ਕਰੀ ਜਾਂਦੇ ਵੀ ਦਿੱਲੀ 'ਚ ਇਹ ਕੁਝ ਹੈ ਹੀ ਨਹੀਂ, ਦਿੱਲੀ 'ਚ ਹੋਇਆ ਹੀ ਕੁਝ ਨਹੀਂ। ਇਹਦਾ ਮਤਲਬ ਇਹ ਰਾਜਨੀਤਿਕ ਲੋਕਾਂ ਨੂੰ ਪਤਾ ਵੀ ਮੈਂ ਵੀ ਝੂਠ ਬੋਲਦਾ, ਉਹ ਵੀ ਝੂਠ ਬੋਲਦਾ, ਉਹ ਵੀ ਝੂਠ ਬੋਲਦਾ। ਇਹ ਇੱਕ ਦੂਜੇ ਦੇ ਸਿਰ ਦੇ ਉੱਤੇ ਇਲਜ਼ਾਮ ਲਾ ਕੇ ਆਪ ਬਰੀ ਹੋਣ ਦੀ ਕੋਸ਼ਿਸ਼ ਕਰਦੇ ਨੇ। ਇਹ ਸਿਰਫ ਤੇ ਸਿਰਫ ਇਹ ਰਾਜਨੀਤਿਕ ਲੋਕਾਂ ਦਾ ਖਾਸਾ ਹੈ, ਕਿਰਦਾਰ ਹੈ, ਚਾਲ ਚੱਲਣ ਹੈ।
ਕਿ ਆਮ ਲੋਕਾਂ ਨੂੰ ਮੂਰਖ ਬਣਾ ਦਿਓ, ਕਿਉਂਕਿ ਲੋਕ ਜਿਹੜੇ ਨੇ ਇਹ ਵਿਚਾਰੇ ਸਧਾਰਨ ਨੇ, ਅਜੇ ਰਾਜਨੀਤੀ ਇਹਨਾਂ ਨੂੰ ਨਹੀਂ ਆਈ। ਜਦ ਤੱਕ ਰਾਜਨੀਤੀ ਨਹੀਂ ਨਾ ਆਉਂਦੀ ਇਹ ਸਾਰਾ ਜਿਹੜਾ ਪਖੰਡਵਾਦ ਹੈ ਇਹ ਸਾਰਾ ਕੁਝ ਚੱਲਦਾ ਹੀ ਰਹੇਗਾ, ਜਦੋਂ ਤੱਕ ਲੋਕਾਂ 'ਚ ਜਾਗਰੂਕਤਾ ਪੈਦਾ ਨਹੀਂ ਹੁੰਦੀ, ਜਦੋਂ ਤੱਕ ਲੋਕੀ ਜਾਗਦੇ ਨਹੀਂ, ਆਪਣੀ ਮੰਗ ਲਈ ਨਹੀਂ ਜਾਗਦੇ। ਆਪਣੇ ਸ਼ਹਿਰ ਦੀ ਗੱਲ ਕਰਦੇ ਆਪਾਂ, ਬਹੁਤੀ ਲੰਮਾ ਨਹੀਂ ਕਹਿੰਦੇ, ਥੋੜਾ ਖਰੜ ਸ਼ਹਿਰ ਹੀ ਹੈ। ਅੱਜ ਖਰੜ ਸ਼ਹਿਰ ਦੇ ਕੁਝ ਪਤਵੰਤੇ ਸੱਜਣ ਮੈਨੂੰ ਮਿਲੇ। ਅੱਛਾ ਜੀ। ਔਰ ਪਤਵੰਤੇ ਸੱਜਣ ਇਹ ਕਹਿ ਰਹੇ ਨੇ ਵੀ ਸਾਡੀ ਇਹ ਬਦਕਿਸਮਤੀ ਸੀ ਵੀ ਸਾਡੇ ਸ਼ਹਿਰ ਦਾ ਸੀਐਮ ਬਣਾਉਣਾ ਸੀ, ਸਾਡੇ ਬੱਚੇ ਟਿਊਸ਼ਨ ਜਾਣ ਤੋਂ ਉਹ ਘਰ ਬੈਠੇ ਨੇ, ਸਾਡੇ ਕੋਈ ਬੰਦਾ ਬਿਮਾਰ ਹੋ ਜੇ ਹਸਪਤਾਲ ਨਹੀਂ ਜਾ ਸਕਦਾ, ਅਸੀਂ ਸਵੇਰੇ ਡਿਊਟੀ ਤੋਂ ਨਿਕਲਣਾ ਹੋਵੇ ਪੁਲਿਸ ਨਿਕਲ ਨਹੀਂ ਦਿੰਦੀ, ਅਸੀਂ ਜੇ ਕਿਤੇ ਕੰਮ ਕਰਨ ਜਾਣਾ ਦੁਕਾਨਦਾਰ ਆਪਣੀਆਂ ਦੁਕਾਨਾਂ ਕਰਕੇ ਬੰਦ ਬਹਿ ਗਏ, ਕਿਉਂਕਿ ਜਦੋਂ ਗਾਹਕ ਹੀ ਨਹੀਂ ਆਉਣਾ। ਕਿਉਂ ਨਹੀਂ ਆਉਣਾ? ਇਹਦੇ ਪਿੱਛੇ ਕਾਰਨ ਇਹ ਹੈ ਵੀ ਖਰੜ ਸ਼ਹਿਰ ਇੱਕ ਧਰਨਿਆਂ ਦਾ ਸ਼ਹਿਰ ਬਣ ਗਿਆ, ਧਰਨਿਆਂ ਦਾ ਸ਼ਹਿਰ ਬਣ ਗਿਆ। ਉਹ ਕਹਿੰਦੇ ਅਸੀਂ ਇਹ ਸੋਚਿਆ ਸੀ ਵੀ ਚਰਨਜੀਤ ਚੰਨੀ ਖਰੜ ਦਾ ਮੁੱਖ ਮੰਤਰੀ ਬਣਿਆ ਤੇ ਖਰੜ ਦਾ ਵਿਕਾਸ ਹੋਏਗਾ, ਇੱਥੇ ਵਿਕਾਸ ਕੇ ਇੱਥੇ ਵਿਨਾਸ਼ ਹੋਣਾ ਸ਼ੁਰੂ ਹੋ ਗਿਆ, ਇੱਥੇ ਤੇ ਗੱਲ ਕੋਈ ਨਾ ਬਣੀ। ਅੱਜ ਘੱਟੋ ਘੱਟ 4 ਸੁਸਾਇਟੀਆਂ ਦੇ ਲੋਕ ਜਿਹੜੇ ਨੇ ਇਸ ਗੱਲ ਲਈ ਮਤਾ ਪਾ ਕੇ ਪ੍ਰੈਸ ਤੇ ਮੀਡੀਆ ਸਾਹਮਣੇ ਆਉਣ ਨੂੰ ਤਿਆਰ ਹੋ ਗਏ ਨੇ ਵੀ ਅਸੀਂ ਬਹੁਤ ਦੁਖੀ ਹਾਂ, ਚੰਨੀ ਕੋਪਰ ਦਾ ਮੁੱਖ ਮੰਤਰੀ ਦਾ ਅਹੁਦਾ ਹੀ ਵਾਪਸ ਲੈ ਲਓ। ਇਸ ਕਰਕੇ ਲੈ ਲਓ ਵੀ ਘੱਟੋ ਘੱਟ ਸਾਡੇ ਨਿਆਣੇ ਦਾ ਟਿਊਸ਼ਨ ਤੇ ਜਾਣ, ਸਕੂਲ ਜਾ ਸਕਣ, ਬਿਮਾਰ ਬੰਦਾ ਹਸਪਤਾਲ ਜਾ ਸਕੇ। ਸੋ ਇਸ ਕਰਕੇ ਲੋਕੀ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਧਰਨਿਆਂ ਰੈਲੀਆਂ ਵਾਲੇ ਬੰਦਿਆਂ ਨੂੰ ਨਿੰਦਦੇ ਨੇ। ਮੈਂ ਕੱਲ ਵੀ ਗੱਲ ਕਹੀ ਸੀ, ਕਿਉਂ ਨਹੀਂ ਸਰਕਾਰ ਤੇ ਦਬਾਅ ਬਣਦਾ ਕਿ ਧਰਨਿਆਂ ਤੇ ਰੈਲੀਆਂ ਨੂੰ ਕਰਨ ਦਾ ਮੌਕਾ ਹੀ ਨਾ ਮਿਲੇ ਉਹਨਾਂ ਮੁਲਾਜ਼ਮਾਂ ਨੂੰ, ਉਹਨਾਂ ਕਿਸਾਨਾਂ ਨੂੰ, ਉਹਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ। ਉਹਨਾਂ ਰੈਲੀਆਂ ਧਰਨਿਆਂ 'ਚ ਤੁਹਾਡੇ ਹੀ ਬੰਦੇ ਬੈਠੇ ਨੇ, ਕੋਈ ਮਾਸਟਰ ਹੈ, ਕੋਈ ਬਿਜਲੀ ਵਾਲਾ ਹੈ, ਕੋਈ ਨਰਸ ਹੈ, ਕੋਈ ਸਟਾਫ ਹੈ, ਕੋਈ ਕੁੜੀਆਂ ਨੇ, ਕੋਈ ਕਿਸਾਨ ਹੈ, ਉਹ ਤੁਹਾਡੇ ਘਰਾਂ 'ਚੋਂ ਹੀ ਨੇ। ਤਾਂ ਤੁਸੀਂ ਕਿਉਂ ਨਹੀਂ ਰਲ ਕੇ ਸਰਕਾਰ ਤੇ ਦਬਾਅ ਬਣਾਉਂਦੇ? ਉਹਨਾਂ ਧਰਨਾਕਾਰੀਆਂ ਨੂੰ ਕਿਉਂ ਤੁਸੀਂ ਨਿੰਦਦੇ ਹੋ? ਉਹਨਾਂ ਧਰਨਾਕਾਰੀਆਂ ਨੂੰ ਕਿਉਂ ਤੁਸੀਂ ਬੁਰਾ ਕਹਿੰਦੇ ਹੋ? ਸੋ ਜੇ ਲੜਕੇ ਹੀ ਮਿਲਣਾ ਸਾਰਾ ਕੁਝ। ਸੋ ਖਰੜ ਦੇ ਦੂਸਰਿਆਂ ਸ਼ਹਿਰਾਂ 'ਚ ਜਾ ਕੇ ਮਤਵੰਨੇ ਬਣਨਾ, ਉਹਨਾਂ ਨੂੰ ਕਹਿਣਾ ਕਿ ਮੈਨੂੰ ਅਡਾਪਟ ਕਰ ਲਓ, ਉਹ ਚੰਗਾ ਹੋਵੇ ਜਿੱਥੋਂ ਦੀ ਧਰਤੀ ਨੇ ਤੁਹਾਨੂੰ ਜੰਮਿਆ, ਜਿੱਥੇ ਤੁਸੀਂ ਜੰਮੇ ਪਲੇ ਹੋ ਉਹ ਸ਼ਹਿਰ ਦਾ ਸੁਧਾਰ ਕਰ ਲਓ। ਮੈਂ ਪਿੱਛੇ ਵੀ ਗੱਲ ਕਹੀ ਸੀ, ਰੇਲਵੇ ਬੋਰਡ ਨੇ ਇੱਕ ਰੇਲਵੇ ਸਟੇਸ਼ਨ ਨੂੰ ਸੜਕ ਜਾਂਦੀ ਹੈ 2.5-3 ਕਿਲੋਮੀਟਰ ਦੀ, ਉੱਥੇ ਬੰਦਾ ਜਾਂਦਾ ਤੇ ਬਿਮਾਰ ਹੋ ਕੇ ਆ ਜਾਂਦਾ, ਇੰਨੇ ਟੋਏ ਟਿੱਬੇ ਨੇ, ਪਤਾ ਨਹੀਂ ਕਿਹੜੇ ਵਾਲੇ ਬੰਦੇ ਨੇ ਜਾਣਾ ਕਿ ਮੁੜਨਾ ਵੀ ਨਹੀਂ। ਇਹ ਚਰਨਜੀਤ ਚੰਨੀ ਕਿ ਤੁਹਾਡੇ ਸ਼ਹਿਰ ਕਿ ਤੁਹਾਡੇ ਘਰ ਤੋਂ ਹਾਲ ਅੱਧਾ ਕਿਲੋਮੀਟਰ ਦੂਰ ਹੈ। ਸੋ ਇਹ ਰਾਜਨੀਤਿਕ ਲੋਕ ਜਿਹੜੇ ਨੇ ਇਹ ਪਾਰਟੀਆਂ ਜੁਆਇਨ ਕਰਦੇ ਆਏ ਨੇ, ਜੁਆਇਨ ਛੱਡਦੇ ਆਏ ਨੇ, ਛੱਡਣਗੇ ਵੀ। ਕੱਲ ਨੂੰ ਪਤਾ ਕੋਈ ਨਹੀਂ। ਗਿੱਲ ਸਾਹਿਬ ਜਦੋਂ ਮੈਂ ਦੁਬਾਰਾ ਆਵਾਂ ਤੇ ਤੁਸੀਂ ਨਵਾਂ ਇੱਕ ਅਖਬਾਰ 'ਚ ਮੈਨੂੰ ਬਿਆਨ ਪੜਾਓਗੇ ਵੀ ਅੱਜ ਆ ਵੀ ਗਿਆ ਜੇ, ਅੱਜ ਆ ਵੀ ਗਿਆ ਜੇ, ਜਿਹਦੇ ਬਾਰੇ ਤੁਸੀਂ ਕਦੇ ਸੁਪਨਾ ਵੀ ਨਹੀਂ ਲਿਆ ਹੋਊਗਾ, ਉਹ ਵੀ ਪਾਰਟੀ ਛੱਡ ਜਾਏਗਾ। ਮਨਿੰਦਰ ਸਿਰਸਾ ਸਾਹਿਬ ਵਰਿਆਂ ਤੋਂ ਅਕਾਲੀ ਦਲ ਦੇ ਨੇ, ਵਰਿਆਂ ਤੋਂ ਅਕਾਲੀ ਦਲ ਦੇ ਖਾਸੇ ਨੂੰ, ਇਹਨਾਂ ਦੇ ਸਮਝੌਤਿਆਂ ਨੂੰ, ਭਾਜਪਾ ਨਾਲ ਕਿਵੇਂ ਸਮਝੌਤੇ ਹੋਏ, ਕਿਵੇਂ ਕਿਵੇਂ ਸਾਰਾ ਕੁਝ ਚੱਲਿਆ, ਇੱਕ ਪੂਰਾ ਇਤਿਹਾਸ ਹੈ। ਦਿੱਲੀ ਦੀਆਂ ਚੋਣਾਂ ਵੀ ਬੀਜੇਪੀ ਦੇ ਨਿਸ਼ਾਨ ਤੋਂ ਲੜਦੇ ਰਹੇ ਨੇ। ਇਹ ਸਾਰਾ ਕੁਝ ਇੱਕ ਬਹੁਤ ਵੱਡਾ ਜਿਹੜਾ ਇੱਕ ਪ੍ਰੋਸੈਸ ਸੀਗਾ, ਜਿਹਦੇ ਤੋਂ ਨਿਕਲ ਕੇ ਸਿਰਸੇ ਵਰਗਿਆਂ ਨੇ ਭਾਜਪਾ ਨੂੰ ਜੁਆਇਨ ਕੀਤਾ। ਬਹੁਤ ਵੱਡੀ ਉਹ ਪਾਰਟੀ, ਵੱਡੀ ਸਕੀਮਾਂ 'ਚ ਨੇ ਉਹ, ਬੜੇ ਬੜੇ ਦਿਗਵਿਜੇ ਜਿਹੜੇ ਨੇ ਉਹਨਾਂ ਨੇ ਲੈ ਕੇ ਜਾਣੇ ਨੇ। ਇਹ ਵੱਖਰੀ ਗੱਲ, ਆਉਣ ਵਾਲਾ ਸਮਾਂ, ਆਉਣ ਵਾਲੇ ਦਿਨ ਇਹ ਕੀ ਕਹਿੰਦੇ ਨੇ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਹੜਾ ਜਾਂਦਾ, ਕੈਪਟਨ ਅਮਰਿੰਦਰ ਸਿੰਘ ਨੂੰ ਕੌਣ ਛੱਡਦਾ। ਅੱਜ ਵੱਖਰੀ ਗੱਲ ਹੈ ਵੀ ਸਾਡੀ ਜਿਹੜੀ ਸੰਯੁਕਤ ਅਕਾਲੀ ਦਲ ਦੇ ਢੀਂਡਸਾ ਸਾਹਿਬ ਉਹ ਇਸ ਗੱਲ ਨੂੰ ਮੁੱਕਰਦੇ ਨੇ ਵੀ ਅਸੀਂ ਭਾਜਪਾ ਜਾਂ ਕੈਪਟਨ ਅਮਰਿੰਦਰ ਦੇ ਨਾਲ ਨਹੀਂ ਜਾਣਾ। ਪਤਾ ਕੋਈ ਨਹੀਂ ਕੱਲ ਨੂੰ ਉਹਨਾਂ ਦਾ ਜਿਹੜਾ ਉਹ ਸਾਬ ਜਿਹੜਾ ਹੈਗਾ ਸਰੋਪਾ ਉਹ ਉਹਨਾਂ ਨੇ ਉੱਥੇ ਜਾ ਕੇ ਪਾ ਦੇਣਾ। ਇਹ ਰਾਜਨੀਤਿਕ ਲੋਕ ਦਿਨੇ ਕੁਛ ਹੋਰ ਨੇ, ਰਾਤ ਕੁਛ ਹੋਰ ਨੇ, ਦੁਪਹਿਰ ਨੂੰ ਕੁਛ ਹੋਰ ਨੇ। ਇਹਨਾਂ ਦੀ ਰਾਜਸੀ ਸੋਚ ਜਿਹੜੀ ਹੈ ਉਹ ਸਿਰਫ ਲੋਕਾਂ ਨੂੰ ਮੂਰਖ ਬਣਾਉਣ ਵਾਲਾ ਤੇ ਰਾਜ ਗੱਦੀ ਤੇ ਕਬਜ਼ਾ ਕਰਨ ਵਾਲੀ ਗੱਲ ਹੈ, ਜਿਹਨੂੰ ਸਾਨੂੰ ਚੰਗੀ ਤਰ੍ਹਾਂ ਸਮਝਣ ਦੀ ਲੋੜ ਹੈ। ਜੀ ਲੈਲ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੋਸਤੋ, ਸਿੱਧੂ ਮੂਸੇਵਾਲੇ ਨੂੰ ਮੁਬਾਰਕਾਂ ਕਾਂਗਰਸ ਪਾਰਟੀ ਜੁਆਇਨ ਕਰ ਲਈ ਔਰ ਵਧੀਆ ਕੰਮ ਕਰੇ, ਅਸੀਂ ਤੇ ਇਹ ਗੱਲ ਕਹਿੰਦੇ ਆ। ਕੱਲਾ ਮੈਂ ਤੇ ਉਸ ਦਿਨ ਮੁਬਾਰਕਾਂ ਦਊਂ ਜਿੱਦਣ ਬੇਸਿਕਲੀ ਲੋਕਾਂ ਦਾ ਆਗੂ ਬਣ ਕੇ ਨਿਕਲੇਗਾ, ਜਿਸ ਦਿਨ ਇਹ ਲਾਲਚਾ ਛੱਡ ਦੇਗਾ ਕਿ ਮੈਂ ਐਮਐਲਏ ਨਹੀਂ, ਐਮਪੀ ਨਹੀਂ, ਮੈਂ ਸਗੋਂ ਲੋਕਾਂ ਦਾ ਨੁਮਾਇੰਦਾ ਬਣਨਾ, ਲੋਕਾਂ ਦਾ ਆਗੂ ਬਣਨਾ ਤੇ ਲੋਕਾਂ ਲਈ ਕੁਰਬਾਨੀ ਕਰਨੀ ਹੈ, ਲੋਕਾਂ ਲਈ ਲੜਨਾ। ਜੀ ਨਿਕਲੂ ਬਿਲਕੁਲ। ਲੈਲ ਸਾਹਿਬ, ਦੋਸਤੋ ਤੁਹਾਨੂੰ ਸਾਡੀ ਅੱਜ ਦੀ ਚਰਚਾ ਕਿਸ ਤਰ੍ਹਾਂ ਦੀ ਲੱਗੀ? ਆਪਣੇ ਵਿਚਾਰ, ਆਪਣੇ ਸੁਝਾਅ ਸਾਨੂੰ ਜ਼ਰੂਰ ਦੇ ਦਿਆ ਕਰੋ। ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਰੱਬ ਰੱਖਾ।